ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਾਤਰ ਸਾਹਿਬ ਦੀਆਂ ਸਤਰਾਂ ਨਾਲ ਸ਼ੁਰੂ ਕਰਦੇ ਹਾਂ। ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮਤੀ ਖਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਉਹ ਕਿਉਂ ਮੈਨੂੰ ਗਲਤ ਸਾਬਤ ਕਰ ਰਹੇ, ਮੈਂ ਕਦ ਕਿਹਾ ਕਿ ਮੈਂ ਹੀ ਠੀਕ ਹਾਂ। ਇਦਾਂ ਦੇ ਹਾਲਾਤ ਬਣੀ ਜਾਂਦੇ ਨੇ। ਅੱਜ ਸਰਕਾਰ ਤੁਹਾਡੇ ਦੁਆਰ ਹੈ। ਜਲੰਧਰ ਦੇ ਕਲੱਬ ਕਬਾਨਾ 'ਚ ਮਿਲਣਗੇ ਮੁੱਖ ਮੰਤਰੀ ਸਾਹਿਬ। ਉਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਕਰਨਗੇ। ਉਮੀਦ ਰੱਖੀ ਜਾ ਸਕਦੀ ਹੈ ਕਿ ਕੈਬਨਿਟ ਦੇ ਵਿੱਚ ਕੋਈ ਬਹੁਤ ਬਿਹਤਰ ਫੈਸਲਾ ਆ ਸਕਦਾ ਜਿਹੜਾ ਹਰ ਬਸ਼ਰ ਨੂੰ ਪ੍ਰਭਾਵਿਤ ਕਰੇ। ਪਰ ਪਿਛਲੀਆਂ ਕੈਬਨਿਟ ਦੀਆਂ ਮੀਟਿੰਗਸ ਦਾ ਰਿਕਾਰਡ ਦੱਸਦਾ ਹੈ ਕਿ ਇਹ ਤਾਂ ਫੁਟਕਲ ਜਿਹੇ ਮਾਮਲੇ ਹੁੰਦੇ ਨੇ। ਖੈਰ, ਆਪਾਂ ਅੱਗੇ ਵਧਦੇ ਹਾਂ। ਮਾਮਲਾ ਥੋੜਾ ਜਿਹਾ ਰਾਹਤ ਦੇਣ ਵਾਲਾ ਇੱਕ ਮੰਤਰੀ ਨੂੰ, ਲਾਲਚੰਦ ਕਟਾਰੂ ਚੱਕ, ਜਲੰਧਰ ਦੀ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਚਰਚਿਤ ਨਾ ਰਿਹਾ। ਉਹਨਾਂ ਦੇ ਖਿਲਾਫ ਸ਼ਿਕਾਇਤਕਰਤਾ ਲੱਭ ਹੀ ਨਹੀਂ ਰਿਹਾ, ਥਿਆ ਹੀ ਨਹੀਂ ਰਿਹਾ। ਹੁਣ SIT ਕਿੱਥੇ ਜਾਵੇ, ਉਹ ਕਿੱਥੇ ਚਲੇ ਗਿਆ, ਕਿਸੇ ਨੂੰ ਕੋਈ ਪਤਾ ਨਹੀਂ। ਤੁਹਾਡੇ ਨਾਲ ਇੱਥੇ ਸਾਂਝ ਵਿਸਥਾਰਤ ਪਵਾਉਂਦੇ ਆ। ਵੈਸੇ ਸ਼ਿਕਾਇਤ ਕਰਨ ਵਾਲੇ, ਗਵਰਨਰ ਨੂੰ ਸ਼ਿਕਾਇਤ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਭੱਜੇ ਫਿਰਦੇ ਨੇ। ਇਹ ਮੈਨੂੰ ਫੜਨ ਨੂੰ ਫਿਰਦੇ ਆ। ਸਰਕਾਰ ਹਾਈ ਕੋਰਟ ਦੇ ਵਿੱਚ ਹੌਲੀ ਜੀ ਕਹਿ ਦਿੰਦੀ ਆ, ਅਸੀਂ ਨਹੀਂ ਫੜਨਾ, ਸਾਨੂੰ ਲੋੜ ਹੈ ਨਹੀਂ। ਆਪਾਂ ਇਹਦੇ ਤੇ ਵੀ ਗੱਲ ਕਰਦੇ ਆਂ ਵੀ ਮਾਮਲਾ ਕੀ ਬਣਿਆ। ਦੂਜੇ ਨੰਬਰ ਤੇ ਚੱਲਦੇ ਆਂ। ਅਤ ਅਹਿਮ ਖਬਰ, ਕਿੱਕੀ ਢਿੱਲੋਂ, ਕੁਸ਼ਲਦੀਪ ਸਿੰਘ ਢਿੱਲੋਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਵੱਡੇ ਲੀਡਰਾਂ ਦੇ ਅੱਖ ਦਾ ਤਾਰਾ। ਕਿੱਕੀ ਢਿੱਲੋਂ, ਭਾਸਕਰ ਸਾਹਿਬ ਨੇ ਕਈ ਨਵੇਂ ਨੁਕਤੇ ਸ਼ਾਮਲ ਕੀਤੇ। ਕੱਲ ਗ੍ਰਿਫਤਾਰੀ ਕੀ ਹੋਈ, ਵੱਡੇ ਵੱਡੇ ਮਹੱਲਾਂ ਦਾ ਜ਼ਿਕਰ ਹੋਣ ਲੱਗ ਪਿਆ। ਬੜੇ ਔਖੇ ਬਣਦੇ ਨੇ, ਨਿਸ਼ਾਨੇ ਤੇ ਲੈ ਲੈਣਾ ਬੜਾ ਸੌਖਾ ਹੁੰਦਾ। ਸਾਨੂੰ ਤੇ ਪਤਾ ਇੱਕ ਕੰਧ ਕੱਢਣੀ ਕਿੰਨੀ ਔਖੀ ਹੋ ਜਾਂਦੀ। ਸੰਗਤ ਸਿੰਘ ਗਿਲਜੀਆਂ ਨੂੰ ਵੀ ਰਾਹਤ ਹੈ ਸ਼ਰਤਾਂ ਨਾਲ। ਸਬਸਿਡੀ ਦੇ ਉੱਤੇ ਕਈ ਨਹੀਂ ਜਾਵਾਂਗੇ ਤਾਂ ਗੱਲ ਕਿੱਦਾਂ ਬਣੂਗੀ। ਮੇਰੇ ਪਿਆਰੇ ਪੁਲਿਸ ਵਾਲਿਆਂ ਨੂੰ 13ਵੀਂ ਤਨਖਾਹ ਤੋਂ ਹੱਥ ਧੋਣੇ ਪੈ ਸਕਦੇ ਆ। ਵੈਸੇ ਮੈਨੂੰ ਅੱਜ ਹੀ ਇੰਦਰਪ੍ਰੀਤ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਪ੍ਰਾਵਧਾਨ ਵਿਧਾਨ ਸਭਾ ਦੇ ਕਰਮਚਾਰੀਆਂ ਨੂੰ ਵੀ ਹੈ। ਲੋਕ ਦੱਸੋ ਬਈ, ਪੁਲਿਸ ਵਾਲੇ ਤਾਂ ਦਿਨ ਰਾਤ ਡਿਊਟੀ 'ਚ ਫਸੇ ਰਹਿੰਦੇ, ਕਦੇ VIP ਕਦੇ ਲੋਕਾਂ ਦੀ। ਪਰ ਜਿਹੜੇ ਵਿਧਾਨ ਸਭਾ ਵਾਲੇ ਆ, ਵਿਧਾਨ ਸਭਾ ਤੇ ਸਾਡੀ ਲੱਗਦੀ ਕਦੇ 20 ਕੁ ਦਿਨ ਆ, ਮੈਨੂੰ ਲੱਗਦਾ ਸਾਲ 'ਚ। ਇਹਨਾਂ ਨੂੰ 13ਵੀਂ ਤਨਖਾਹ ਦਾ ਕੀ ਮਤਲਬ? VRS ਲੈ ਕੇ ਲੋਕ ਬਾਹਰ ਨੂੰ ਭੱਜੇ ਜਾਂਦੇ ਆ। ਕੈਨੇਡਾ ਸਾਨੂੰ ਖਾ ਗਿਆ, ਪੂਰੀ ਤਰ੍ਹਾਂ ਖਾ ਕਿਉਂ ਗਿਆ? ਸੁਪਨੇ ਵੀ ਉਹਨੇ ਹੀ ਦਿੱਤੇ ਆ। ਸਾਡੇ ਪੈਸਿਆਂ ਦਾ ਮੁੱਲ ਮੁੜਨ ਲੱਗਿਆ 55 ਨਾਲ ਜਰਬ ਦੇ ਕੇ। ਖੈਰ, ਸਾਡੇ ਬਹੁਤ ਸਾਰੇ ਪੁਲਿਸ ਵਾਲੇ VRS ਲੈ ਕੇ ਫਟਾਫਟ ਬਾਹਰ ਤੁਰੇ ਜਾਂਦੇ ਆ। ਮਾਸਟਰ ਘੱਟ ਨਹੀਂ। ਇਹ ਵੀ ਤੁਹਾਡੇ ਨਾਲ ਅੰਕੜੇ ਸ਼ੇਅਰ ਕਰਦੇ ਆ। ਕੱਲ ਸੁਪਰੀਮ ਕੋਰਟ ਨੇ ED ਨੂੰ ਚੰਗਾ ਝਾੜਿਆ। ਵੈਸੇ ED ਤਗੜੀ ਆ, ਆਪਾਂ ਸ਼ਬਦ ਇਹ ਨਹੀਂ ਵਰਤਨੇ। ਤੇ ਉਧਰ LG ਨੂੰ ਪੁੱਛ ਲਿਆ ਵੀ ਇਹ ਜਿਹੜੀ LG ਕੋਲ ਤਾਕਤ ਆ ਰਹੀ ਹੈ, ਦਰਅਸਲ ਲੈ ਕਿੱਥੋਂ ਰਿਹਾ? ਇਹ ਸਵਾਲ ਕਾਫੀ ਪੁਖਤਾ ਹੈ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਦੱਸਿਓ, ਆਪਾਂ ਬਿਲਕੁਲ ਨਹੀਂ ਜਾਣਾ ਕਿ ਭਗਵੰਤ ਮਾਨ ਜੀ ਅੱਜ ਕਲੱਬ ਕਬਾਨਾ ਜਲੰਧਰ 'ਚ ਲੋਕਾਂ ਨੂੰ ਮਿਲਣਗੇ, ਕਿਉਂਕਿ ਉਹਨਾਂ ਮਿਲ ਲੈਣਾ ਤੇ ਖਬਰ ਬਣ ਜਾਣੀ, ਸਾਨੂੰ ਵੀ ਦਿਸ ਜਾਣੀ। ਆਪਾਂ ਇਸ ਗੱਲ ਤੇ ਜਾਣਾ ਕਿ ਕਟਾਰੂ ਚੱਕ ਨੂੰ ਵਕਤ ਨੂੰ ਫੜ ਲੈਣ ਵਾਲੇ ਹੁਣ ਲੱਭਦੇ ਕਿਉਂ ਨਹੀਂ? ਉਹ ਸ਼ਿਕਾਇਤਕਰਤਾ ਜਿਹੜਾ ਭੱਜਾ ਫਿਰਦਾ ਸੀ, ਕਦੇ ਦਿੱਲੀ ਕਦੇ ਖੈਰੇ ਵੱਲ, ਹੁਣ ਕਿਤੇ ਮਿਲਿਆ ਹੀ ਨਹੀਂ, ਥਿਆਉਂਦਾ ਹੀ ਨਹੀਂ। SIT ਜਾਂਚ ਕਿੱਦਾਂ ਕਰੂ? ਰੋਗੀ ਹੈ ਜਾਂਚ ਭਲਾ? ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਲੱਬ ਕਬਾਨਾ ਦੀ, ਉਹ 'ਚ ਇਕੱਲੇ CM ਨੇ ਨਹੀਂ ਮਿਲਣਾ, ਉਹਦੇ ਵਿੱਚ ਸਾਰੇ ਮੰਤਰੀਆਂ ਨੇ ਮਿਲਣਾ ਹੈ। ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਮਹਿਕਮਿਆਂ ਦੇ ਬੰਦੇ ਉੱਥੇ ਬੁਲਾ ਲਏ ਹੈ, ਅਫਸਰ ਜਿੰਨੇ ਹੈਗੇ ਆ। ਤੇ ਹੋ ਸਕਦਾ ਹੈ ਕਿ ਲਾਲਚੰਦ ਕਟਾਰੂ ਚੱਕ ਹੋਣਾ ਨੇ ਵੀ ਆਪਣੇ ਬੰਦੇ ਉੱਤੇ ਬੁਲਾਏ ਹੋਣ, ਜਿਹੜੇ ਉਹਨਾਂ ਨਾਲ ਸੰਬੰਧਿਤ ਮਾਮਲੇ ਹੈ। ਸੋ ਜਿਹੜੀ ਇਹ ਵਾਲੀ ਇਸ਼ੂ ਹੈ, ਉਹਦੇ 'ਚ ਸਾਰੇ ਹੀ ਨੇ, ਸਾਰੀ ਸਰਕਾਰ ਉੱਥੇ ਬੈਠੇਗੀ ਅੱਜ, ਤੇ ਉਹਨਾਂ ਦੇ ਸੰਬੰਧਿਤ ਜਿਹੜੇ ਮਹਿਕਮੇ ਨੇ, ਉਹਨਾਂ ਦੇ ਅਫਸਰ ਉਹਨਾਂ ਨਾਲ ਗੱਲਾਂ ਕਰਨਗੇ, ਲੋਕਾਂ ਨਾਲ ਸਮੱਸਿਆ ਸੁਲਝਾਉਣਗੇ। ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਲਾਲਚੰਦ ਕਟਾਰੂ ਚੱਕ ਵਾਲੇ ਅਸ਼ਲੀਲ ਵੀਡੀਓ ਦੀ, ਉਹਦੇ ਵਿੱਚ ਦੇਖੋ ਜਿਹੜਾ ਕੰਪਲੇਨੈਂਟ ਹੈ ਕੇਸ਼ਵ, ਉਹ ਮਿਲ ਨਹੀਂ ਰਿਹਾ। SIT ਦੇ ਇੱਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਹੈ ਕਿ ਬਈ ਅਸੀਂ ਬਹੁਤ ਲੱਭ ਲਿਆ ਉਹਨੂੰ, ਉਹਨਾਂ ਦੇ ਘਰ ਤਾਲਾ ਲੱਗਿਆ ਹੋਇਆ। ਉਹਦੇ 20 ਦੇ ਕਰੀਬ ਜਿਹੜੇ ਹੈਗੇ ਆ ਰਿਲੇਟਿਵ, ਉਹਨਾਂ ਨੂੰ ਵੀ ਪੁੱਛਿਆ ਹੈ ਵੀ ਉਹ ਕਿੱਥੇ ਹੈ, ਤੇ ਸਾਨੂੰ ਨਹੀਂ ਮਿਲ ਰਿਹਾ। ਨਾ ਹੀ ਇਸ ਕਰਕੇ ਅਸੀਂ ਉਹਨੂੰ ਸਿਕਿਉਰਿਟੀ ਦੇ ਪਾ ਰਹੇ ਹਾਂ, ਕਿਉਂਕਿ ਜਿਹੜਾ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਹੈਗਾ, ਉਹਨੇ ਇਹ ਕਿਹਾ ਸੀ ਕਿ ਇਹਨੂੰ ਸਿਕਿਉਰਿਟੀ ਦਿਓ, ਤੇ ਉਹ ਵੀ ਕਹਿੰਦੇ ਅਸੀਂ ਦੇ ਨਹੀਂ ਪਾ ਰਹੇ। ਪਲੱਸ ਜਿਹੜੀ ਉਸ ਤੋਂ ਪੁੱਛਤਾਛ ਕਰਨੀ ਹੈ ਉਹ ਵੀ ਹੋ ਨਹੀਂ ਪਾ ਰਹੀ ਹੈ। ਸੋ ਇਹ ਸਾਰਾ ਮਾਮਲਾ ਉਲਝ ਕੇ ਰਹਿ ਗਿਆ। ਤੇ ਇਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਇਹ ਵੀ ਕਿਹਾ ਨਾਲ ਕਿ ਅਸੀਂ ਉਹਨਾਂ ਸਾਰੇ 20 ਦੇ 20 ਮੈਂਬਰਾਂ ਨੂੰ, ਜਿਹੜੇ ਉਹਦੇ ਰਿਸ਼ਤੇਦਾਰ ਸਾਨੂੰ ਮਿਲੇ ਹੈ, ਉਹਦੇ ਵਿੱਚ ਉਹਨਾਂ ਨੂੰ ਕਿਹਾ
ਕਿ ਜਦੋਂ ਵੀ ਉਹ ਕਿਤੇ ਕੰਟੈਕਟ ਕਰਨਾ ਚਾਹੇ ਤਾਂ ਸਾਡਾ ਜਿਹੜਾ ਸੰਬੰਧਿਤ ਪੁਲਿਸ ਸਟੇਸ਼ਨ ਹੈ ਉਸ ਦੇ ਨਾਲ ਰਾਬਤਾ ਕਰ ਲੇ, ਉਹਨੂੰ ਸਿਕਿਉਰਿਟੀ ਵੀ ਮਿਲੇਗੀ ਔਰ ਉਹਨੂੰ ਬਹੁਤ ਜਿਹਨੂੰ ਕਹਿੰਦੇ ਵੀ ਆਰਾਮ ਨਾਲ ਪੁੱਛਤਾਛ ਹੋਏਗੀ, ਉਹਨੂੰ ਡਰਨ ਦੀ ਲੋੜ ਨਹੀਂ ਹੈ। ਸੋ ਲੇਕਿਨ ਹਜੇ ਤੱਕ ਉਹ ਮੇਰੇ ਖਿਆਲ ਹੈ ਕਿਉਂਕਿ ਇਹ ਜਦੋਂ ਦਾ ਇਲੈਕਸ਼ਨ ਖਤਮ ਹੋਇਆ ਔਰ ਸਰਕਾਰ ਨੇ ਵੀ ਇਸ ਤਰ੍ਹਾਂ ਦੇ ਇੰਡੀਕੇਸ਼ਨਸ ਦਿੱਤੇ ਨੇ ਕਿ ਉਹ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ, ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਮਾਮਲਾ ਉਹ ਬੰਦੇ ਜਿਹੜੇ ਪਰਿਵਾਰ ਹੁੰਦਾ ਫਿਰ ਡਰ ਹੀ ਜਾਂਦਾ ਹੈ ਕਿ ਇੱਥੇ ਸਰਕਾਰ ਹੈ ਉਹਨਾਂ ਦੀ ਤੇ ਮੈਨੂੰ ਨੁਕਸਾਨ ਪਹੁੰਚਾ ਸਕਦੇ ਆ ਜਾਂ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ। ਈਵਨ ਉਹਨਾਂ ਦੇ ਮਾਪਿਓ ਵੀ ਹੈ ਨਹੀਂ, ਉਹ ਮੁੰਡੇ ਦੇ ਜਿਹੜਾ SIT ਨੇ ਕਿਹਾ ਉਹਨਾਂ ਦੇ ਮਾਪਿਓ ਵੀ ਹੈ ਨਹੀਂ। ਇੰਦਰਪ੍ਰੀਤ ਜੀ ਨਾ ਤਾਂ ਕਟਾਰੂ ਚੱਕ ਸਾਹਿਬ ਦਾ ਲਾਲ ਚੰਦ ਹੈ, ਤੁਸੀਂ ਲਾਲ ਕਾਹਤੋਂ ਹੋਏ ਪਏ ਹੋ? ਐ ਭਖਦਾ ਤੁਹਾਡਾ ਰੰਗ ਰੂਪ ਪੂਰਾ ਭਖ ਰਿਹਾ। ਮੈਂ ਦੋਸਤੋ ਤੁਹਾਨੂੰ ਯਾਦ ਹੋਣਾ ਇੱਕ ਪਹਿਲੇ ਪ੍ਰੋਗਰਾਮ ਦੇ ਵਿੱਚ ਚੱਲਦੀ ਇਲੈਕਸ਼ਨ ਦੌਰਾਨ ਕਿਹਾ ਸੀ ਕਿ ਇਹ ਮੁੱਦੇ ਇਲੈਕਸ਼ਨ ਦੀ ਖਾਦ ਖੁਰਾਕ ਹੁੰਦੇ ਨੇ, ਬਾਅਦ ਦੇ ਵਿੱਚ ਇਹਦੇ ਤੇ ਕਿਸੇ ਨੇ ਪੈਰਵਾਈ ਨਹੀਂ ਕਰਨੀ, ਕਿਸੇ ਸਿਆਸੀ ਬੰਦੇ ਦਾ ਬਿਆਨ ਤੱਕ ਬੜਾ ਮੁਸ਼ਕਲ ਨਾਲ ਆਉਣਾ। ਆ ਸਾਡੇ ਕਹਿਣ ਤੇ ਸ਼ਰਮੀ ਕੋ 2-4 ਦੇ ਦੇਣ ਤੇ ਗੱਲ ਵੱਖਰੀ ਹੈ, ਲਿਖਤੀ ਸਟੇਟਮੈਂਟ, ਅਦਰਵਾਈਜ਼ ਕੋਈ ਨਹੀਂ ਬਾਅਦ ਚ ਪੁੱਛਦਾ ਹੁੰਦਾ। ਦੂਜੀ ਗੱਲ ਮੈਂ ਉਦੋਂ ਇਹ ਵੀ ਕਿਹਾ ਸੀ, ਵੈਸੇ ਮੈਂ ਕਰਨਾ ਇਹ ਬੱਕਰੀ ਵਰਗਾ ਹੁੰਦਾ ਹੈ, ਨਹੀਂ ਕਰਨਾ ਚਾਹੀਦਾ, ਪਰ ਇਹ ਗੱਲ ਕਹੀ ਸੀਗੀ ਕਿ ਜਿਹੜੀ SIT 'ਚ 2 SSP ਹੋਣ ਤੇ ਇੱਕ ਭਾਰੀ ਭਰਕਮ DIG ਹੋਵੇ, ਸਰਕਾਰ ਦੀ ਅੱਖ ਦੇ ਨੇੜੇ ਤੇੜੇ ਰਹਿਣ ਵਾਲਾ, ਉਹਨਾਂ ਦੇ ਸਾਹਮਣੇ ਇੱਕ ਕੇਸ਼ਵ ਦੀ ਕੀ ਵੱਟੀ ਦੀ ਫਿਰ ਵਿਚਾਰਾ ਕਿੱਦਾਂ ਪੇਸ਼ ਹੋਵੇ। ਕਿਤੇ ਅਖਬਾਰ ਖਬੂਰ 'ਚ ਇਸ਼ਤਿਹਾਰ ਦਓ ਕਿਸੇ ਵੱਡੇ ਲੀਡਰ ਦੇ ਘਰ, ਪਰ ਹੁਣ ਲੀਡਰ ਵੀ ਕਿਉਂ ਰੱਖਣਗੇ? ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ, ਇਲੈਕਸ਼ਨ ਲੰਘ ਗਈ, ਗੱਲ ਆਈ ਗਈ ਹੋ ਗਈ। ਇੰਦਰਪ੍ਰੀਤ ਜੀ, ਖਹਿਰਾ ਸਾਹਿਬ ਮਸਲਾ ਤੇ ਉਠਾ ਲਿਆਏ ਤੇ ਹੁਣ ਕੋਰਟਾਂ 'ਚ ਭੱਜੇ ਫਿਰਦੇ ਆ, ਆਖੇ ਮੈਨੂੰ ਅੰਦਰ ਦੇ ਦੇਣਗੇ। ਇਹ ਕੀ ਮਾਮਲਾ ਹੈ? ਸਰਕਾਰ ਕਹਿੰਦੀ ਅਸੀਂ ਫੜਨਾ ਨਹੀਂ, ਇਹ ਕਹਿੰਦੇ ਮੈਨੂੰ ਫੜਨ ਨੂੰ ਫਿਰਦੇ। ਰੰਧਾਵਾ ਸਾਹਿਬ, ਕੱਲ ਸੁਖਪਾਲ ਖਹਿਰਾ ਹੋਣੇ ਨੇ ਲੀਡਰ ਆਪੋਜੀਸ਼ਨ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਸ਼ਾਮੀ। ਉਸ ਤੋਂ ਪਹਿਲਾਂ ਉਹਨਾਂ ਨੂੰ ਕੋਰਟ ਚੋਂ ਇੱਕ ਰਾਹਤ ਮਿਲ ਗਈ ਜਿਸ 'ਚ ਇਹਨਾਂ ਨੇ ਕਿਹਾ ਕਿ ਨਾ ਮੈਂ ਆਪਣੇ ਗਵਰਨਮੈਂਟ ਨੇ ਕਿ ਅਸੀਂ ਉਹਨੂੰ ਕੋਈ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੇ। ਉਹ ਇੱਕ FIR ਦਾ ਹਵਾਲਾ ਦੇ ਰਹੇ ਸੀ ਕਿ ਉਹਦਾ ਉਹਨਾਂ ਦੇ ਵਿੱਚ ਨਾਮ ਨਹੀਂ ਸ਼ਾਮਿਲ ਕੀਤਾ, ਲੇਕਿਨ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੋ ਕੱਲ ਫਿਰ ਉਹਨਾਂ ਨੇ ਸ਼ਾਮ ਨੂੰ 7 ਵਜੇ ਬਹੁਤ ਹੀ ਲੇਟ, ਮਤਲਬ 6-6:30 ਵਜੇ ਤਾਂ ਉਹਨਾਂ ਨੇ ਮੈਸੇਜ ਹੀ ਭੇਜੇ ਕਿ ਉਹ ਇੱਕ ਪ੍ਰੈਸ ਕਾਨਫਰੰਸ ਕਰਨਗੇ ਆਪਣੇ ਘਰ। ਉੱਥੇ ਉਹਨਾਂ ਨੇ ਆਪਣੇ ਖਿਲਾਫ ਜਿੰਨੇ ਵੀ ਹੁਣ ਤੱਕ ਕੇਸ ਦਰਜ ਨੇ, ਚਾਹੇ ਉਹ ਟਵੀਟ ਕਰਨ ਦੇ ਮਾਮਲੇ 'ਚ ਹੋਵੇ, ਚਾਹੇ ਉਹ ਜਿਹੜਾ SDM ਨੂੰ ਧਮਕੀ ਦੇਣ ਦਾ ਮਾਮਲਾ ਹੋਵੇ, ਚਾਹੇ ਉਹ ਉਹਨਾਂ ਦੀ ਜਿਹੜੀ ਪਰਿਵਾਰਿਕ ਪ੍ਰਾਪਰਟੀ ਹੈ ਉਹਦਾ ਕੋਈ ਝਗੜੇ ਦਾ ਮਾਮਲਾ ਹੋਵੇ, ਜਿਹੜਾ ਮੈਂ ਕਹਿ ਰਿਹਾ ਲਾਸਟ ਦੇ ਵਿੱਚ ਉਹਨਾਂ ਨੂੰ ਮਿਲੀ ਹੈ, ਉਹਨਾਂ ਨੂੰ ਰਾਹਤ ਮਿਲੀ ਹੈ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜੇ ਗ੍ਰਿਫਤਾਰ ਕਰਨਾ ਹੈ ਤਾਂ 7 ਦਿਨ ਦੀ ਐਡਵਾਂਸ ਨੋਟਿਸ ਦਿੱਤਾ ਜਾਏ ਤਾਂ ਗ੍ਰਿਫਤਾਰ ਕੀਤਾ ਜਾਵੇ। ਤਾਂ ਸਰਕਾਰ ਅਦਾਲਤ ਨੇ ਜਵਾਬ ਮੰਗ ਲਿਆ ਸਰਕਾਰ ਤੋਂ, ਦੇਖੋ ਹੁਣ ਕੀ ਦਿੰਦੇ ਆ। ਪਰ ਨਾਲ ਹੀ ਉਹਨਾਂ ਨੇ ਜਿਹੜਾ ਕਿ ਕੁਐਸਚਨ ਰੇਜ਼ ਕੀਤਾ ਉਹ ਇਹ ਸੀ ਵੀ ਇਹ ਸਾਰੇ ਮਾਮਲੇ ਇੰਨੇ ਛੋਟੇ ਨੇ ਵੀ ਮੈਂ ਇੱਕ ਛੋਟਾ ਜਿਹਾ ਲੈਂਡ ਲੈ ਲਿਆ ਤਾਂ ਉਸ ਤੇ ਮੇਰੇ ਤੇ ਪਰਚਾ ਹੋ ਰਿਹਾ ਹੈ, ਜਾਂ ਮੇਰੀ ਪਰਿਵਾਰਿਕ ਪ੍ਰਾਪਰਟੀ ਦਾ ਕੋਈ ਝਗੜਾ ਹੈ ਉਸ ਤੇ ਪਰਚਾ ਹੋ ਰਿਹਾ ਹੈ, ਮੈਂ ਕੋਈ ਟਵੀਟ ਕਰਤਾ ਉਸ ਤੇ ਪਰਚਾ ਹੋ ਰਿਹਾ ਹੈ, ਮੈਂ ਉੱਥੇ ਧਰਨੇ ਤੇ SDM ਸਾਹਿਬ ਨੂੰ ਫੋਨ ਕਰ ਲਿਆ ਤਾਂ ਵੀ ਪਰਚਾ ਕੀਤਾ ਜਾ ਰਿਹਾ। ਪਰ ਇਹ ਭਗਵੰਤ ਮਾਨ ਹੋਣੀ ਆਪਣੇ ਜਿਹੜਾ ਇੱਕ ਮੰਤਰੀ ਹੈ ਉਹਨੂੰ ਇੰਨੇ ਸੀਰੀਅਸ ਐਲੀਗੇਸ਼ਨ ਤੋਂ ਬਚਾਈ ਜਾ ਰਿਹਾ ਹੈ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਔਰ ਅੱਜ ਸਵੇਰੇ ਹੀ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ ਹੈ ਕਿ SIT ਬਣਾਈ ਕਿਉਂ ਹੈ, ਜਦੋਂ ਵੀਡੀਓ ਕਲੀਅਰ ਨੇ ਔਰ ਸਾਰੀ ਗਵਰਨਰ ਨੇ ਫੋਰੈਂਸਿਕ ਜਾਂਚ ਵੀ ਕਰਵਾ ਲਈ ਹੈ ਤਾਂ SIT ਕਿਸ ਚੀਜ਼ ਦੀ? ਉਹ ਕਹਿੰਦੇ ਵੀ ਸਿੱਧਾ ਕਾਰਵਾਈ ਬਣਦੀ ਹੈ, ਉਹ ਕਾਰਵਾਈ ਮੰਤਰੀ ਤੇ ਕਰੋ, ਉਹਨੂੰ ਕੈਬਨਿਟ ਚੋਂ ਬਰਖਾਸਤ ਕਰੋ ਤੇ ਉਹਦੇ ਖਿਲਾਫ ਪਰਚਾ ਕਰੋ। ਪਰ ਇਹ ਚੀਜ਼ਾਂ ਨਹੀਂ ਕੀਤੀਆਂ ਜਾ ਰਹੀਆਂ। ਇਹਦੇ ਬਜਾਏ ਮੇਰੇ ਪ੍ਰਤੀ ਨਫ਼ਰਤੀ ਇੱਕ ਮਤਲਬ ਉਹ ਪਾਲ ਰੱਖਿਆ ਹੈ ਭਗਵੰਤ ਮਾਨ ਹੋਣਾ ਨੇ, ਜਿਹਦੇ ਕਰਕੇ ਮੈਨੂੰ ਬਾਰ-ਬਾਰ ਮੈਨੂੰ ਔਰ ਮੇਰੇ ਪਰਿਵਾਰ ਨੂੰ ਬਾਰ-ਬਾਰ ਕਿਸੇ ਨਾ ਕਿਸੇ ਕੇਸ 'ਚ ਉਲਝਾ ਕੇ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਜੀ। ਵੈਸੇ ਖਹਿਰਾ ਸਾਹਿਬ ਸ਼ਾਇਦ ਇਹ ਗੱਲ ਭੁੱਲ ਗਏ ਵੀ ਇਹ ਮਾਮਲਾ ਤਾਂ ਐਥਿਕਸ ਦਾ ਔਰ ਅਖਲਾਕ ਦਾ ਹੈ, ਇਹਦਾ ਕੋਈ ਲੈਣਾ ਦੇਣਾ ਇਸ ਚੀਜ਼ ਨਾਲ ਹੈ ਨਹੀਂ ਸੀ ਕਿ ਇਹ ਕੋਈ ਕ੍ਰਾਈਮ ਆ ਜਾਂ ਨਹੀਂ ਕ੍ਰਾਈਮ। ਜਿਵੇਂ ਤੁਸੀਂ ਕਹਿ ਚੁੱਕੇ ਸੀਗੇ ਕਿ ਉਹ ਮੁੰਡਾ ਬਾਲਗ ਸੀ ਉਦੋਂ ਵੀ। ਦੂਜਾ ਮਾਮਲਾ ਇਹਦੇ ਵਿੱਚ ਇਹ ਹੈ ਕਿ ਹੁਣ ਉਸ ਕੇਸ਼ਵ ਦੀ ਸ਼ਿਕਾਇਤ ਜਦੋਂ ਬਾਅਦ ਚ ਆਉਂਦੀ ਹੈ SIT ਤਾਂ ਸ਼ਾਇਦ ਉਹਦੀ ਜਾਂਚ ਕਰਨ ਲਈ ਬਿਠਾਈ ਗਈ ਹੈ ਨਾ, ਕਿ ਉਹਦੀ ਇੱਛਾ ਦੇ ਖਿਲਾਫ ਇਹ ਸਾਰਾ ਕੁਝ ਹੋ ਰਿਹਾ ਸੀਗਾ ਜਾਂ ਮੰਤਰੀ ਨੇ ਉਹਨੂੰ ਕਿਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੀਤਾ। ਮਤਲਬ ਇਹ ਉਹਨਾਂ ਗੱਲਾਂ ਦੀ ਜਾਂਚ ਹੋਣੀ ਸੀ। ਖਹਿਰਾ ਸਾਹਿਬ ਵੀ ਨਾ, ਵੈਸੇ ਭਾਸਕਰ ਸਾਹਿਬ ਜਦੋਂ ਇੰਦਰਪ੍ਰੀਤ ਜੀ ਟਮਾਟਰੀ ਰੰਗ ਦੀ ਪੱਗ ਬੰਨ ਕੇ ਤੇ ਇਹ ਵੇਖ ਲਓ ਦਲੇਰ ਮਹਿੰਦੀ ਬਣੇ ਪਏ ਨਾ ਪੂਰੇ,
ਉਦੋਂ ਹੁਣ ਤੁਸੀਂ ਇਹਦੇ ਉੱਤੇ ਗੱਲ ਤਾਂ ਜ਼ਰੂਰ ਕੋਈ ਹਲਕੀ ਜੀ ਕਰੋਗੇ, ਪਰ ਮੈਂ ਤੁਹਾਨੂੰ ਲੈ ਕੇ ਜਾਣਾ ਸਿੱਧਾ ਚੰਡੀਗੜ੍ਹ ਦੀਆਂ ਜੂਹਾਂ ਦੇ ਵਿੱਚ ਇੱਕ ਮਹੱਲੇ ਦੀ ਫੋਟੋ ਵੱਖ-ਵੱਖ ਅਖਬਾਰਾਂ ਛਾਪਦੀਆਂ ਅਖੇ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਦੀ ਹੈ। ਇੱਕ ਪਿੰਡ ਦੇ ਵਿੱਚ 1.5 ਏਕੜ ਦੇ ਵਿੱਚ ਮਹੱਲ ਬਣ ਰਿਹਾ। ਪਿੰਡਾਂ 'ਚ ਜ਼ਮੀਨ ਸਸਤੀ ਸੁਸਤੀ ਹੈ ਤੇ ਭਾਸਕਰ ਸਾਹਿਬ ਅਸੀਂ ਵੀ ਕਿੱਲਾ ਕਿੱਲਾ ਇੱਥੋਂ ਵੇਚ ਲਈਏ, ਇੰਨਾ ਹੀ ਕਿ ਸਾਡੇ ਕੋਲ ਹੈਗੇ ਆ। ਉੱਥੇ ਲਾਗੇ ਜਾ ਕੇ ਕਿਤੇ ਕਨਾਲ ਹੀ ਲੈ ਲਈਏ, ਆਪਣਾ ਕਨਾਲ 'ਚ ਵੀ ਸਰ ਜਾਣਾ, ਉਹਦੇ ਦੁਆਲੇ ਨਾਲੇ ਸਵੇਰੇ ਸਵੇਰੇ ਸੈਰ ਕਰਿਆ ਕਰਾਂਗੇ, ਨਾਲੇ ਪ੍ਰੋਗਰਾਮ ਕਰ ਲਿਆ। ਇਹ ਮਾਮਲਾ ਕੀ ਹੈ ਜੀ? ਇਹਦਾ ਮਤਲਬ ਹੈ ਚੰਨੀ ਸਾਹਿਬ ਵੀ ਫਸੇ ਨੇ, ਬਹੁਤ ਸਾਰੇ ਹੋਰ ਵੀ ਆ, ਕੱਲੇ ਨੂੰ ਹੱਥ ਪਾਉ ਲੱਗਦਾ। ਇਸ ਤੋਂ ਪਹਿਲੇ ਮੈਂ ਕਟਾਰੂ ਚੱਕ ਉਹਨਾਂ ਦੇ ਮਾਮਲੇ ਦੇ ਵਿੱਚ ਥੋੜੀ ਜਿਹੀ ਗੱਲ ਕਰਨਾ ਚਾਹੂੰਗਾ, ਕਿਉਂਕਿ ਕਟਾਰੂ ਚੱਕ ਉਹਨਾਂ ਦਾ ਜਾਂ SIT ਦਾ ਇਹ ਕਹਿਣਾ ਕਿ 20 ਰਿਸ਼ਤੇਦਾਰਾਂ ਨੂੰ ਮਿਲਿਆ, ਕੇਸ਼ਵ ਨਹੀਂ ਮਿਲਿਆ, ਔਰ ਨਾਲ ਦੇ ਨਾਲ SIT ਇਹ ਵੀ ਕਲੇਮ ਕਰ ਰਹੀ ਹੈ ਉਹਨਾਂ ਨੇ ਰਿਕਾਰਡ ਫਲੋਲ ਲਿਆ 30 ਸਾਲ ਦਾ ਹੈਗਾ ਹੈ। ਤਾਂ ਮਤਲਬ 2013 ਦੇ ਵਿੱਚ ਜਦੋਂ ਇਹ ਕਥਿਤ ਕੁਕਰਮ ਹੋਇਆ ਸੀਗਾ ਤਦ ਉਹ ਬਾਲਿਗ ਸੀਗਾ, ਨਾਬਾਲਿਗ ਨਹੀਂ ਸੀਗਾ। ਔਰ ਦੂਜੇ ਪਾਸੇ ਖੈਰਾ ਉਹਨਾਂ ਨੇ ਕੱਲ ਇੱਕ ਗੱਲ ਹੋਰ ਕਹੀ ਹੈ ਜਿਹਦਾ ਜ਼ਿਕਰ ਅਸੀਂ ਕਰਨਾ ਭੁੱਲ ਗਏ ਕਿ ਬੜੀ ਛੇਤੀ ਕਾਂਗਰਸ, ਬਾਜਵਾ ਸਾਹਿਬ, ਰਾਜਾ ਵੜਿੰਗ ਔਰ ਉਹ तमाम ਕਾਂਗਰਸ ਕਟਾਰੂ ਚੱਕ ਦੇ ਮੁੱਦੇ ਦੇ ਉੱਤੇ ਕੋਈ ਮਾਰਚ ਕੱਢਣ ਵਾਲੇ ਨੇ, ਕੋਈ ਪ੍ਰੋਟੈਸਟ ਕਰਨ ਨੇ ਔਰ ਪੂਰੇ ਧਰਨੇ ਪ੍ਰਦਰਸ਼ਨ ਪੰਜਾਬ ਭਰ ਵਿੱਚ ਹੋਣਗੇ। ਖੈਰਾ ਸਾਹਿਬ ਦੀ ਗੱਲ ਨੂੰ ਕੌਣ ਕਿੰਨੀ ਤਵੱਜੋ ਦਿੰਦਾ ਹੈ ਤੇ ਬਾਅਦ ਚੋਂ ਪਤਾ ਲੱਗੇਗਾ, ਪਰ ਹਾਂ ਉਹਨਾਂ ਨੇ ਕੱਲ ਅਨਾਉਂਸ ਕੀਤਾ ਕਿ ਪ੍ਰਧਾਨ ਜੀ ਨੂੰ ਮੈਂ ਕਹੂੰਗਾ ਕਿ ਇਸ ਮੁੱਦੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਲਾਏ ਜਾਣ। ਹੁਣ ਗੱਲ ਕਰੀਏ ਕਿੱਕੀ ਢਿੱਲੋਂ ਦੀ, ਔਰ ਕਿੱਕੀ ਢਿੱਲੋਂ ਦਾ ਨਾਮ ਕੋਈ ਨਵਾਂ ਨਹੀਂ ਹੈ। ਵਿਜੀਲੈਂਸ ਵਿਭਾਗ ਦੇ ਨਾਲ ਜੁੜਨ ਵਾਸਤੇ 2 ਮਹੀਨੇ ਤੋਂ ਘੱਟ 4 ਵਾਰ ਕਿੱਕੀ ਢਿੱਲੋਂ ਨਾ ਆਪਣਾ ਕਾਗਜ਼ਾਤ ਜ਼ਮੀਨ ਦੇ ਹੋਰ ਪ੍ਰਾਪਰਟੀਆਂ ਦੇ ਲੈ ਕੇ ਗਏ ਨੇ, ਔਰ ਬਹੁਤ ਵਾਰ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਕਹਿੰਦੇ ਗਏ ਨੇ ਕਿ ਮੇਰੇ ਕੋਲ ਤੇ ਸਾਰਾ ਰਿਕਾਰਡ ਹੈ। ਹਰ ਵਿਅਕਤੀ ਕਹਿੰਦਾ, ਜਿਹੜਾ ਵੀ ਵਿਜੀਲੈਂਸ ਵਾਲੇ ਬੁਲਾਉਂਦੇ ਨੇ ਉਹ ਵਿਅਕਤੀ ਹਮੇਸ਼ਾ ਮੀਡੀਆ ਨਾਲ ਇੱਕੋ ਹੀ ਗੱਲ ਕਹਿੰਦਾ, ਸਾਰਾ ਰਿਕਾਰਡ ਬਿਲਕੁਲ ਸਾਫ਼ ਹੈ, ਆਪਾਂ ਬਿਲਕੁਲ ਕੋਈ ਗਲਤ ਕੰਮ ਨਹੀਂ ਕੀਤਾ। ਚੰਡੀਗੜ੍ਹ ਦੇ ਉਸ ਫਾਰਮ ਹਾਊਸ ਨੂੰ ਲੈ ਕੇ ਜਿਹਦੀ ਕੀਮਤ 49 ਕਰੋੜ ਰੁਪਏ ਕਿੱਕੀ ਢਿੱਲੋਂ ਨੇ ਆਪ ਮੰਨੀ ਹੈ। ਹਾਲਾਂਕਿ ਵਿਜੀਲੈਂਸ ਵਾਲਿਆਂ ਦਾ ਕਹਿਣਾ ਹੈ ਕਿ ਇਹ ਤੇ ਇਸ ਤੋਂ ਕਈ ਗੁਣਾ ਜ਼ਿਆਦਾ ਹੈਗੀ ਹੈ, ਕੀਮਤ ਉਹਨਾਂ ਨੇ ਨਹੀਂ ਦੱਸੀ। ਪਰ ਹਾਂ, ਕੱਲ ਜਦ ਕਿੱਕੀ ਢਿੱਲੋਂ ਉਹਨਾਂ ਨੂੰ ਫਿਰੋਜ਼ਪੁਰ ਦੇ ਦਫ਼ਤਰ ਵਿੱਚ ਬੁਲਾਇਆ ਗਿਆ, ਉੱਥੇ ਉਹਨਾਂ ਨੂੰ ਫਰੀਦਕੋਟ ਕੇ ਫਿਰੋਜ਼ਪੁਰ, ਫਰੀਦਕੋਟ ਦੇ ਜੀ, ਫਰੀਦਕੋਟ ਦੇ ਜਿੱਥੇ ਬੁਲਾਇਆ ਗਿਆ ਸੀਗਾ, ਉੱਥੇ ਉਹਨਾਂ ਨੂੰ ਬਾਅਦ ਚੋਂ ਅਰੈਸਟ ਕਰ ਲਿਆ ਗਿਆ। ਔਰ ਉਹਨੂੰ ਇਕੱਲਾ ਨਹੀਂ ਕਿੱਕੀ ਢਿੱਲੋਂ ਨਹੀਂ ਕੀਤਾ, ਉਹਨਾਂ ਨੇ 2 ਵਿਅਕਤੀ ਬੜੇ ਖਾਸ, ਹੁਣ ਖਾਸ ਕਿਉਂ ਨੇ ਇਸ ਗੱਲ ਦਾ ਵੀ ਆਪਾਂ ਖੁਲਾਸਾ ਕਰਾਂਗੇ। ਗੁਰਸੇਵਕ ਸਿੰਘ ਕਰਕੇ ਇੱਕ ਨਾਂ ਹੈਗੇ ਨੇ ਜਿਹੜੇ ਫਰੀਦਕੋਟ ਦੇ ਰਹਿਣ ਵਾਲਾ, ਉਹਨੂੰ ਵੀ ਅਰੈਸਟ ਕਰ ਲਿਆ। ਉਸ ਤੋਂ ਇਲਾਵਾ ਇੱਕ ਹੋਰ ਬਲਵਿੰਦਰ ਸਿੰਘ ਹੈਗਾ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ, ਡੌਗ ਬਰੀਡਰ ਹੈ, ਜਿੱਦਾਂ ਕੁੱਤਿਆਂ ਦੀ ਕਈ ਨਸਲਾਂ ਨੂੰ ਅੱਗੇ ਚੱਲ ਕੇ ਬਰੀਡਰ ਜਿਹਨੂੰ ਕਹਿੰਦੇ ਨੇ, ਉਹਦਾ ਕੰਮ ਮੇਨ ਤੌਰ ਤੇ ਕਰਦਾ। ਔਰ ਗੁਰਸੇਵਕ ਦੇ ਨਾਂ ਤੇ ਪਿਛਲੇ ਦਿਨਾਂ ਦੇ ਵਿੱਚ 70 ਏਕੜ ਜ਼ਮੀਨ ਕਿੱਕੀ ਢਿੱਲੋਂ ਉਹਨਾਂ ਨੇ ਕਥਿਤ ਤੌਰ ਤੇ ਮਮਾਰਾ ਪਿੰਡ ਦੇ ਵਿੱਚ ਖਰੀਦੀ ਹੈ। ਹੁਣ ਦੇਖੋ, ਗੁਰਸੇਵਕ ਖਾਸ ਤੇ ਹੈ ਹੀ ਹੈ, ਹੁਣ ਕੌਣ ਕਿਸੇ ਦੇ ਨਾਂ ਤੇ 70 ਏਕੜ ਜ਼ਮੀਨ ਖਰੀਦਦਾ? ਔਰ ਗੁਰਸੇਵਕ ਦੀ ਫਾਈਨੈਂਸ਼ੀਅਲ ਹਾਲਤ ਕੋਈ ਇੰਨੀ ਵਧੀਆ ਨਹੀਂ ਕਿ ਉਹ ਆਪ 70 ਏਕੜ ਜ਼ਮੀਨ ਖਰੀਦ ਸਕੇ। ਗੱਲ ਤੇ ਤੁਰੀ ਹੈ, ਗੱਲ ਹੁਣ ਅੱਗੇ ਤੱਕ ਜਾਏਗੀ। 70 ਏਕੜ ਤੋਂ ਲੈ ਕੇ ਉਹ ਜਿਹੜਾ ਫਾਰਮ ਹਾਊਸ ਹੈਗਾ ਉਹਦੇ ਵਿੱਚ ਵੀ ਕਾਫੀ ਹਜੇ ਤਾਂ ਬਣਦਾ ਪਿਆ ਹੈ, ਬਣਦੇ ਵਿੱਚ ਹੀ ਵਿਜੀਲੈਂਸ ਨੇ ਹਿਸਾਬ ਕਿਤਾਬ ਲਾ ਲਿਆ ਕਈ ਕਰੋੜਾਂ ਦਾ ਹੈਗਾ, ਔਰ ਬਣਦੇ ਵਿੱਚ ਹੀ 49 ਕਰੋੜ ਰੁਪਏ ਦੀ ਖੁਦ ਕਿੱਕੀ ਢਿੱਲੋਂ ਉਹਨਾਂ ਨੇ ਕਿਹਾ ਵੀ ਇਹ ਇੰਨੇ ਦਾ ਹੈਗਾ। ਹੁਣ ਦੇਖੋ ਗੱਲ ਕਿੱਥੇ ਤੱਕ ਜਾਂਦੀ ਹੈ। ਪਰ ਨਾਲ ਦੇ ਨਾਲ ਗਿਲਜੀਆਂ ਉਹਨਾਂ ਨੂੰ ਵੀ ਜਿਹੜਾ ਉਹ ਜੁਲਾਈ 11 ਦਾ ਜਿਹੜਾ ਕੇਸ ਸੀਗਾ, ਉਸ ਕੇਸ ਦੇ ਵਿੱਚ 2022 ਦਾ ਉਸ ਕੇਸ ਦੇ ਵਿੱਚ ਜਿਹੜਾ ਟਰੀ ਗਾਰਡ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਲਗਾਤਾਰ ਰਾਹਤ ਮਿਲ ਰਹੀ ਸੀ। ਕੱਲ ਵੀ ਇੱਕ ਰਾਹਤ ਮਿਲੀ ਹੈ, ਪਰ ਰਾਹਤ ਵਿਦ ਰਾਈਡਰ ਮਿਲੀ ਹੈ। ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ 10 ਦਿਨ ਦੇ ਅੰਦਰ ਅੰਦਰ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਨੂੰ ਜੁਆਇਨ ਕਰੋ, ਆਪਣੀ ਪੂਰੀ ਪ੍ਰਾਪਰਟੀ ਦੇ ਕਾਗਜ਼ਾਤ ਦਿਓ। ਜੇ ਤੁਸੀਂ 10 ਦਿਨ ਤੱਕ ਇਹ ਕੰਮ ਨਹੀਂ ਕਰਦੇ, ਇਨਵੈਸਟੀਗੇਸ਼ਨ ਨੂੰ ਜੁਆਇਨ ਨਹੀਂ ਕਰਦੇ, ਤੇ ਤੁਹਾਡੀ ਹਰ ਤਰੀਕੇ ਦੀ ਰਾਹਤ ਜਿਹੜੀ ਬੇਲ ਦੇ ਰੂਪ ਵਿੱਚ ਤੁਹਾਨੂੰ ਦਿੱਤੀ ਜਾ ਰਹੀ ਹੈ ਜਾਂ ਅਰੈਸਟ ਦੇ ਉੱਤੇ ਰੋਕ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ, ਇਹ ਆਟੋਮੈਟਿਕਲੀ ਕੈਂਸਲ ਸਮਝਣਾ। ਮੈਨੂੰ ਇਹ ਲੱਗਦਾ ਕਿ ਹੁਣ ਤੇ ਆਣਾ ਹੀ ਪਏਗਾ। ਤੁਹਾਨੂੰ ਇਹ ਵੀ ਯਾਦ ਹੋਏਗਾ ਗਿਲਜੀਆ ਉਹਨਾਂ ਇੱਕ ਵਾਰ ਟੈਚੀ ਬਣ ਕੇ ਚੱਲੇ ਸੀਗੇ ਔਰ ਉਹਨਾਂ ਨੂੰ 에ਅਰਪੋਰਟ ਤੋਂ ਰੋਕ ਲਿਆ ਗਿਆ ਸੀ। ਇਸ ਚੀਜ਼ ਦੀ ਖਬਰਾਂ ਵੀ ਛਪੀ ਸੀ। ਏਦਾਂ ਹੀ ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ, ਉਹਨਾਂ ਨੇ ਵੀ ਟੈਚੀ ਅਮਰੀਕਾ ਵਾਸਤੇ ਬੰਨ ਲਿਆ ਸੀਗਾ, ਬਾਅਦ ਚੋਂ ਫਿਰ LOC ਜਾਰੀ ਹੋ ਗਿਆ, ਉਹ ਟੈਚੀ ਖੋਲਣਾ ਪੈ ਗਿਆ। ਯਾਨੀ ਇਹ ਟੈਚੀ ਖੋਲਣ ਦੀ ਜਾਂ ਬੰਦ ਕਰਨ ਦੀ ਘਟਨਾਵਾਂ ਕਈ ਕਾਂਗਰਸੀਆਂ ਨਾਲ ਹੋ ਚੁੱਕੀ। ਪਰ ਹੁਣ ਜਿਹੜੇ ਕੁਲਦੀਪ ਵੈਦ ਹੋਣਾ ਨੇ, ਉਹਨਾਂ ਨੂੰ ਮਈ 25 ਨੂੰ ਲੁਧਿਆਣਾ ਦੇ SSP ਆਫਿਸ ਦੇ ਵਿੱਚ, ਵਿਜੀਲੈਂਸ ਦੇ ਆਫਿਸ ਵਿੱਚ ਬੁਲਾਇਆ ਗਿਆ ਔਰ ਹੁਣ ਆਖਰੀ ਚਾਂਸ ਕਥਿਤ ਤੌਰ ਤੇ ਦਿੱਤਾ ਗਿਆ ਵੀ ਸਾਰਾ ਰਿਕਾਰਡ ਲੈ ਆਓ। ਤੁਹਾਨੂੰ ਬਹੁਤ ਵਾਰ ਕਹਿ ਚੁੱਕਿਆ ਰਿਕਾਰਡ ਤੁਹਾਡਾ ਪੂਰਾ ਨਹੀਂ ਹੈ, ਬਸਤਾ ਪੂਰਾ ਕਰਕੇ ਲੈ ਕੇ ਆਓ। ਤੇ ਐਤਕੀ ਉਹ ਆਪਣਾ ਬਸਤਾ ਪੂਰਾ ਕਰਕੇ ਲੈ ਕੇ ਜਾਣਗੇ ਕਿ ਨਹੀਂ, ਇਹ ਮਈ 25 ਨੂੰ ਪਤਾ ਲੱਗੇਗਾ। ਪਰ ਹਾਂ, ਇਹ ਇੱਕ ਕਥਿਤ ਤੌਰ ਤੇ ਲਾਸਟ ਡੇਟ ਹੈਗੀ ਹੈ। ਵਿਜੀਲੈਂਸ ਦੇ ਵਿੱਚ ਹੰਗਾਮੇ ਤੇ ਹੈਗੇ ਹੀ ਨੇ। ਬਹੁਤ ਸਾਰੇ ਲੋਕ ਡਿਸਪ੍ਰੋਪੋਰਸ਼ਨੇਟ ਆਫ ਐਸੈਟ ਦੇ ਕੇਸ ਦੇ ਵਿੱਚ, ਜਿਹਦੇ ਬਾਰੇ ਕੱਲ ਖਹਿਰਾ ਸਾਹਿਬ ਵੀ ਕਹਿ ਰਹੇ ਸੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿ DA ਦਾ ਕੇਸ ਹੈਗਾ ਕਿ ਉਹਦੇ ਵਿੱਚ
ਮੈਕਸਿਮਮ ਕੇਸਿਸ ਦੇ ਵਿੱਚ ਆਖਿਰ ਦੇ ਵਿੱਚ ਕੁਝ ਨਹੀਂ ਨਿਕਲਦਾ। ਬਾਦਲ ਪਰਿਵਾਰ ਦੇ ਖਿਲਾਫ ਵੀ ਡੀਏ ਦਾ ਕੇਸ ਕੈਪਟਨ ਅਮਰਿੰਦਰ ਸਰਕਾਰ ਨੇ ਕਿਹਾ ਸੀ, ਕਈ ਕਰੋੜਾਂ ਦੀ ਪ੍ਰਾਪਰਟੀ ਦੀ ਗੱਲ ਕਰੀ ਸੀ, ਬਾਅਦ ਚੋਂ ਉਹ ਕਰੋੜਾਂ ਦੀ ਪ੍ਰਾਪਰਟੀ, ਕਥਿਤ ਪ੍ਰਾਪਰਟੀ ਸਿਰਫ ਕੁਝ ਸੈਂਕੜਿਆਂ ਦੀ ਪ੍ਰਾਪਰਟੀ ਦੇ ਰੂਪ ਵਿੱਚ ਸਾਹਮਣੇ ਆਈ ਸੀ। ਪਰ ਚਲੋ ਇਹ ਕੇਸ ਹੁਣ ਚੱਲ ਰਹੇ ਨੇ, ਕਦ ਇਹ ਲੌਜੀਕਲ ਕਨਕਲੂਜਨ ਤੇ ਪਹੁੰਚਣਗੇ ਇਹ ਤਾਂ ਹਜੇ ਦੇਰ ਲੱਗੂਗੀ। ਪਰ ਵਿਜੀਲੈਂਸ ਦੇ ਚੱਕਰ, ਵਿਜੀਲੈਂਸ ਦੀ ਅਰੈਸਟ, ਇਹਨਾਂ ਦੇ ਰਾਹੀਂ ਤੇ ਇਸ ਅਗਨੀ ਪ੍ਰੀਖਿਆ ਦੇ ਰਾਹੀਂ ਸਾਰਿਆਂ ਨੂੰ ਗੁਜ਼ਰਨਾ ਹੀ ਪੈਣਾ। ਇੱਕ ਹੋਰ ਖਬਰ ਜਿਹੜੀ ਅਸੀਂ ਚਰਚਾ ਤੋਂ ਉੱਤੇ ਬਹੁਤੀ ਨਹੀਂ ਕਰਾਂਗੇ ਕਿਉਂਕਿ ਉਹਦੇ 'ਚ ਚਰਚਾ ਲਈ ਬਹੁਤਾ ਕੁਝ ਨਹੀਂ ਹੈ। ਕੋਟਕਪੂਰਾ ਗੋਲੀकांड ਦੇ ਮਾਮਲੇ 'ਚ ਬੇਅਦਬੀਆਂ ਤੋਂ ਬਾਅਦ ਜਿਹੜੀ ਗੋਲੀ ਦੇ ਵਿੱਚ ਜ਼ਖਮੀ ਹੋਏ ਸੀਗੇ, SIT ਨੇ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਸੀ ਉਹਦੀ ਸੁਣਵਾਈ ਹੁਣ 30 ਤਰੀਕ ਤੇ ਪੈ ਗਈ ਆ। ਇਸੇ ਦੌਰਾਨ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਕੇਸ ਦਾ ਹਿੱਸਾ ਨਹੀਂ ਬਣਾਇਆ ਜਾ ਰਿਹਾ, ਇਹਦੇ ਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਔਰ ਇਹ ਵੀ ਕਾਫੀ ਜ਼ਰੂਰੀ ਮਾਮਲੇ ਨੇ ਕਿ ਇਹਨਾਂ ਨੂੰ ਸਪੀਡ ਅਪ ਕਿਵੇਂ ਕੀਤਾ ਜਾਵੇ। ਸਰਕਾਰ ਕੀ ਇੱਥੇ ਤਵੱਜੋ ਦੇ ਰਹੀ ਹੈ ਕਿ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਦਿਨ ਬ ਦਿਨ ਕਾਫੀ ਵੱਧ ਰਹੀਆਂ ਨੇ ਔਰ ਜਿੰਨਾ ਚਿਰ ਪਹਿਲੇ ਕੇਸ ਕਿਸੇ ਤਰਕਪੂਰਨ ਤਰੀਕੇ ਨਾਲ ਲੌਜੀਕਲ ਐਂਡ ਤੱਕ ਨਹੀਂ ਜਾਂਦੇ ਉਹਨਾਂ ਚਿਰ ਇਹਨਾਂ ਘਟਨਾਵਾਂ ਤੇ ਰੋਕ ਲੱਗਣੀ ਬਹੁਤ ਔਖੀ ਹੈ। ਵੈਸੇ ਕੱਲ ED ਨੇ ਵੀ ਕਾਫੀ ਸਿਆ ਸੁਪਰੀਮ ਕੋਰਟ ਦੇ ਵਿੱਚ ਇੱਥੇ ਵੀ ਜਾਣੇ, ਪਰ ਉਸ ਤੋਂ ਪਹਿਲਾਂ ਇੰਦਰਪ੍ਰੀਤ ਜੀ, ਇਹ ਖਬਰ ਪੁਲਿਸ ਵਾਲਿਆਂ ਨਾਲ ਜੁੜੀ ਹੈ। 13ਵੀਂ ਤਨਖਾਹ ਪੁਲਿਸ ਵਾਲਿਆਂ ਨੂੰ ਦਿੱਤੀ ਜਾਂਦੀ ਹੈ, ਮਤਲਬ 12 ਤਨਖਾਹਾਂ, ਇੱਕ ਤਨਖਾਹ ਵਾਧੂ, ਕਿਉਂਕਿ ਉਹਨਾਂ ਨੂੰ ਆਮ ਮੁਲਾਜ਼ਮਾਂ ਨਾਲੋਂ ਜ਼ਿਆਦਾ ਕੰਮ ਕਰਨਾ ਪੈਂਦਾ, ਮੁਸ਼ਕਲ ਹਾਲਾਤਾਂ 'ਚ ਕਰਨਾ ਪੈਂਦਾ, ਨਾ ਦਿਨ ਵੇਖਣਾ ਨਾ ਰਾਤ ਵੇਖਣੀ, ਰੋਟੀ ਕਦੋਂ ਮਿਲੇ ਕਦੋਂ ਨਹੀਂ ਮਿਲੇ, ਆਮ ਤੌਰ ਤੇ ਉਹਨਾਂ ਦੀ ਸਿਹਤ ਪ੍ਰਭਾਵਿਤ ਰਹਿੰਦੀ ਹੈ। ਹਾਈਪਰਟੈਂਸ਼ਨ ਤੋਂ ਲੈ ਕੇ ਪੇਟ ਵਧਣ ਤੱਕ ਦੀ ਸਮੱਸਿਆ, ਬਹੁਤ ਸਾਰੀਆਂ ਬਿਮਾਰੀਆਂ ਨਾਲ ਜਕੜੇ ਰਹਿੰਦੇ ਨੇ ਇਹ ਕੌਪਸ, ਇਹ ਮੁਲਾਜ਼ਮ। ਇਹ ਸਵਾਲ ਵੀ ਬਹੁਤ ਉੱਠਦਾ ਰਹਿੰਦਾ ਹੈ ਕਿ ਚਿੜਚਿੜੇ ਹੋ ਜਾਂਦੇ ਆ, ਇਹ ਲੋਕਾਂ ਨਾਲ ਰੁੱਖਾਪਣ ਵਰਤਦੇ ਆ, ਇਹ ਲੋਕਾਂ ਨੂੰ ਸਮਝਦੇ ਕੱਖ ਨਹੀਂ। ਪਰ ਜਦੋਂ ਉਹਨਾਂ ਦੀ ਡਿਊਟੀ ਨੂੰ ਦੇਖਦੇ ਹੋ, ਇਹ ਦੋ ਪਹਿਲੂ ਸਮਾਨਾਂਤਰ ਚੱਲਦੇ ਆ, ਇੱਕ ਦੀ ਇੱਕ ਆਲੋਚਨਾ ਕਰਦੇ ਰਹਿੰਦੇ, ਦੂਜੇ ਦੀ ਦੂਜੇ। ਪਰ ਇਹਨਾਂ ਵੱਲ ਕਦੇ ਬਿਹਤਰ ਤਵੱਜੋ ਦਿੱਤੀ ਨਹੀਂ ਗਈ ਕਿ ਕੋਈ ਬਦਲਵੇਂ ਹੱਲ ਹੋਣ, ਕੋਈ ਪੱਕੀ ਛੁੱਟੀ ਦਾ ਪ੍ਰਾਵਧਾਨ ਹੋਵੇ, ਕੋਈ ਕੰਮ ਦੇ ਘੰਟੇ ਤੈਅ ਹੋ ਜਾਣ, ਕੋਈ ਡਿਊਟੀਆਂ ਦੀ ਵੰਡ ਹੋ ਜੇ। ਆ ਜਿਹੜੇ ਤਾਮ ਝਾਮ ਨੇ ਇੱਕ ਮੰਤਰੀ ਦੇ ਨਾਲ 5-5 ਗੱਡੀਆਂ, ਇਹ ਮੁੱਕ ਜਾਣ, VIP ਕਲਚਰ ਮੁੱਕ ਜਾਣ, ਕਿੱਥੇ ਮੁੱਕਣੇ ਆ। ਏਦਾਂ ਤੇ ਪੰਜਾਬ ਜਿਉਂਦਾ ਹੈ। ਇਹ ਧੌਂਸ ਦੇ ਸਿਰ ਤੇ ਹੀ ਤੁਰੇ ਫਿਰਦੇ ਆ ਲੋਕ। ਜਦੋਂ ਕਿਸੇ ਤੋਂ ਪਹਿਲਾਂ ਉਹਦੀ ਸਕਾਟ ਪਹੁੰਚ ਜਾਂਦੀ ਹੈ ਤੇ ਲੋਕਾਂ 'ਚ ਉਹਦੇ ਵੱਡੇ ਹੋਣ ਦਾ ਭਰਮ ਪੈ ਜਾਂਦਾ। ਖੈਰ ਇੰਦਰਪ੍ਰੀਤ ਜੀ, ਗੱਲ ਤੁਸੀਂ ਤੋਰ ਦਿਓ। ਇਹ 13ਵੀਂ ਤਨਖਾਹ ਵਿਧਾਨ ਸਭਾ ਵਾਲਿਆਂ ਨੂੰ ਵੀ ਮਿਲਦੀ ਆ, ਦੱਸ ਕੇ ਤੁਸੀਂ ਮੈਨੂੰ ਵਾਹਵਾ ਖੁਸ਼ ਕਰਤਾ। ਮੈਂ ਤੇ ਹੁਣ ਓਵਰੇਜ ਹੋ ਗਿਆ, ਨਹੀਂ ਤੇ ਮੈਂ ਵਿਧਾਨ ਸਭਾ 'ਚ ਨੌਕਰੀ ਲੈ ਲੈਣੀ ਸੀ ਕਹਿ ਕੇ। ਪਹਿਲੇ ਸਪੀਕਰ ਮੇਰੇ ਚੰਗੇ ਮਿੱਤਰ ਸੀ, ਹੁਣ ਵਾਲੇ ਅਸੀਂ ਗੰਢ ਲੈਣੇ ਸੀ, ਕਿਹੜੀ ਗੱਲ ਸੀ? ਰੰਧਾਵਾ ਸਾਹਿਬ, ਜਿਹੜੀ ਇਹ ਹੈਗੀ ਹੈ, ਐਕਚੁਅਲੀ ਇਹ ਗੱਲ ਇਸ ਕਰਕੇ ਤੁਰੀ ਹੈਗੀ ਹੈ ਉਹ ਕਿ ਪੰਜਾਬ ਦੇ ਵਿੱਚ ਸਬਸਿਡੀ ਦਾ ਬੋਝ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਐਕਸਰਸਾਈਜ਼ ਇਹ ਨਹੀਂ ਹੈ ਕਿ ਪਹਿਲੀ ਵਾਰ ਹੋਈ ਹੈ। ਤੁਹਾਨੂੰ ਯਾਦ ਹੋਗਾ ਜਿਹੜੀ 2007 ਤੋਂ 12 ਦੀ ਸਰਕਾਰ ਰਹੀ ਸੀ, ਉਦੋਂ ਵੀ ਮਨੋਰੰਜਨ ਕਾਲੀਆ ਤੇ ਸੁਖਬੀਰ ਦੀ ਇੱਕ ਕਮੇਟੀ ਬਣੀ ਸੀ, ਕਾਲੀਆ ਸੁਖਬੀਰ ਕਮੇਟੀ ਜਿਹਨੂੰ ਕਹਿੰਦੇ ਸੀਗੇ। ਉਹਨੇ ਵੀ ਇਸ ਤਰ੍ਹਾਂ ਦੇ ਮਤਲਬ ਕੁਝ ਸਿਫਾਰਿਸ਼ਾਂ ਕੀਤੀਆਂ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਆ ਕੇ ਇੱਕ ਮਤਲਬ ਸਾਰੇ ਡਿਪਾਰਟਮੈਂਟਾਂ ਤੋਂ ਲਿਆ ਸੀ ਵੀ ਆਪਾਂ ਕਿਵੇਂ ਖਰਚਾ ਘਟਾ ਸਕਦੇ ਹਾਂ, ਕਿਉਂਕਿ ਸਬਸਿਡੀ ਦਾ ਬੋਝ ਬਿਲਕੁਲ ਇਹ ਹੈ ਕਿ ਕਿਸੇ ਵੀ ਸਰਕਾਰ ਲਈ ਇਹ ਚੱਕਣਾ ਹੁਣ ਔਖਾ ਹੁੰਦਾ ਹੀ ਜਾ ਰਿਹਾ। ਤੇ ਹੁਣ ਜਿਹੜਾ ਇਸ ਤੇ ਆ ਰਿਹਾ ਹੈ ਉਹ ਇਹ ਹੈ ਕਿ ਜਿਹੜੀ ਬਿਜਲੀ ਦੀਆਂ ਦਰਾਂ ਹੁਣ ਵਧੀਆਂ ਨੇ, ਪਰਸੋਂ ਹੀ ਜਿਹੜਾ ਆਇਆ ਟੈਰਿਫ ਆਰਡਰ ਆਇਆ, ਉਹਦੇ ਨਾਲ ਭਗਵੰਤ ਮਾਨ ਉਹਨਾਂ ਨੇ ਇਹ ਤਾਂ ਕਹਿਤਾ ਕਿ ਇਹਦਾ ਬੋਝ ਆਮ ਲੋਕਾਂ ਤੇ ਨਹੀਂ ਪਏਗਾ, ਇਹਦਾ ਬੋਝ ਸਰਕਾਰ ਸਹੇਗੀ। ਪਰ ਇਹ ਵੀ ਤਾਂ ਹੈ ਕਿ ਸਰਕਾਰ ਵੀ ਤਾਂ ਲੋਕਾਂ ਦੀ ਹੋਈ ਹੈ, ਲੋਕਾਂ ਦੇ ਜੇਬ ਚੋਂ ਹੀ ਜਾਣੇ ਆ ਪੈਸਾ, ਚਾਹੇ ਉਹ ਹੱਥ ਇਧਰੋਂ ਦੀ ਪਾ ਕੇ ਕੱਢ ਲਓ, ਚਾਹੇ ਦੂਸਰੇ ਪਾਸੋਂ ਕੱਢ ਕੇ ਕੱਢ ਲਓ, ਜਾਣੇ ਤਾਂ ਲੋਕਾਂ ਦੇ ਪਾਸ ਉਸ ਚੋਂ ਹੀ ਹੈ। ਹੁਣ ਉਹਦਾ ਹੱਲ ਕੀ ਕੱਢਿਆ ਜਾਏ, ਇਸ ਦੇ ਬਾਰੇ ਇੱਕ ਫਾਈਨਾਂਸ ਡਿਪਾਰਟਮੈਂਟ ਇੱਕ ਨੋਟ ਭੇਜਿਆ ਹੈਗਾ ਲੰਬਾ ਚੌੜਾ ਕੱਲ CM ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਐਕਸ਼ਨ ਟੇਕਨ ਰਿਪੋਰਟ ਹੀ ਮੰਗੀ ਸੀ ਕਿ ਕਾਫੀ ਇਸ਼ੂਜ਼ ਜਿਹੜੇ ਲਟਕ ਰਹੇ ਨੇ ਬਹੁਤ ਜ਼ਿਆਦਾ, ਉਹਨਾਂ ਦੇ ਉੱਤੇ ਕੋਈ ਫੈਸਲਾ ਕਰੀਏ ਆਪਾਂ। ਤਾਂ ਉਹਨਾਂ ਨੇ ਆਪਣਾ ਇੱਕ ਨੋਟ ਭੇਜਿਆ ਜਿਹਦੇ ਵਿੱਚ ਇਹ ਕਿਹਾ ਹੈ ਕਿ ਜਿਹੜੀ ਪੁਲਿਸ ਨੂੰ ਔਰ ਇਹਨਾਂ ਨੂੰ 13ਵੀਂ ਤਨਖਾਹ ਮਿਲਦੀ ਹੈ, ਇਹਨੂੰ ਆਪਾਂ ਬੰਦ ਕਰਕੇ 462 ਕਰੋੜ ਰੁਪਏ ਜਿਹੜਾ ਹੈਗਾ ਉਹ ਬੋਝ ਘਟਾ ਸਕਦੇ ਆ। ਇਕੱਲੇ ਪੁਲਿਸ ਵਾਲਿਆਂ ਦੀ ਜਿਹੜੀ ਇੰਸਪੈਕਟਰ ਰੈਂਕ ਤੱਕ ਦੇ ਨੇ, ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਬੰਦੇ ਨੇ, ਅਗਰ ਉਹਨਾਂ ਦੀ 13ਵੀਂ ਤਨਖਾਹ ਬੰਦ ਕਰਤੀ ਜਾਏ ਤਾਂ ਸਾਨੂੰ 462 ਕਰੋੜ ਰੁਪਏ ਦਾ ਜਿਹੜੀ ਬਚਤ ਹੈ ਇੱਕਦਾਂ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਪੰਜਾਬ ਵਿਧਾਨ ਸਭਾ ਦੇ ਜਿਹੜੇ ਮੁਲਾਜ਼ਮ ਨੇ, ਉਹਨਾਂ ਦੀ ਜਿਹੜੀ 13ਵੀਂ ਤਨਖਾਹ ਹੈ ਉਹ ਬੰਦ ਕਰਤੀ ਜਾਏ ਤਾਂ ਸਾਨੂੰ 2 ਤੋਂ 2.5 ਕਰੋੜ ਰੁਪਇਆ ਬਚ ਜਾਏਗਾ।
ਹੁਣ ਸਵਾਲ ਇਹ ਹੈ ਕਿ ਠੀਕ ਹੈ ਕਿ ਜਿਹੜੇ ਪੁਲਿਸ ਵਾਲੇ ਹੈਗੇ ਆ ਉਹ ਤਾਂ ਨੋ ਡਾਊਟ ਆਪਣੀ ਟਾਈਮ ਤੋਂ ਜ਼ਿਆਦਾ ਮਤਲਬ ਡਿਊਟੀਆਂ ਕਰਦੇ ਆ। ਦੀਵਾਲੀ ਹੋਲੀ ਇਹਨਾਂ ਲਈ ਕੋਈ ਮਾਇਨੇ ਨਹੀਂ ਹੈ, ਇਹ ਸਾਰੇ ਦਿਨ ਹੀ 24 ਘੰਟੇ ਡਿਊਟੀਆਂ ਤੇ ਹੀ ਨੇ, ਤਾਂ ਉਹਨਾਂ ਨੂੰ ਤਾਂ 13ਵੀਂ ਤਨਖਾਹ ਦਿੱਤੀ ਜਾ ਸਕਦੀ ਹੈ। ਪਰ ਸਵਾਲ ਜਿਹੜਾ ਤੁਸੀਂ ਉਠਾਇਆ ਸੀਗਾ ਉਹ ਸੀ ਵੀ ਇਹ ਚਿੜਚਿੜੇ ਹੋ ਜਾਂਦੇ ਆ, ਇਹਨਾਂ ਦੇ ਹਾਈਪਰਟੈਂਸ਼ਨ ਚ ਆ ਜਾਂਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ। ਦੇਖੋ ਉਹ ਚਾਹੇ ਤੁਸੀਂ 13ਵੀਂ ਤਨਖਾਹ ਦੇ ਦਿਓ ਚਾਹੇ 14ਵੀਂ ਤਨਖਾਹ ਦੇ ਦਿਓ, ਉਹਦੇ ਨਾਲ ਉਹ ਚੀਜ਼ਾਂ ਹੱਲ ਨਹੀਂ ਹੋਣੀਆਂ। ਸੋ ਦਿਨਕਰ ਗੁਪਤਾ ਹੋਰਾਂ ਨੇ ਜਦੋਂ ਡੀਜੀਪੀ ਸੀਗੇ ਉਹਨਾਂ ਨੇ ਇੱਕ ਇਹ ਪ੍ਰਪੋਜ਼ਲ ਭੇਜੀ ਸੀ ਗਵਰਨਮੈਂਟ ਆਫ ਪੰਜਾਬ ਨੂੰ ਕਿ ਜਿਹੜੀ ਛੁੱਟੀ ਹੈ ਇਹ ਮੈਂਡੇਟਰੀ ਕੀਤੀ ਜਾਏ ਉਹਨਾਂ ਵਾਸਤੇ, ਔਰ ਜਿਹੜੇ ਡਿਊਟੀ ਆਵਰਸ ਨੇ ਉਹ ਵੀ ਸੀਮਿਤ ਕੀਤੇ ਜਾਣ। ਇਹ ਨਹੀਂ ਹੈ ਕਿ ਇੱਕ ਬੰਦਾ ਜੇ ਆ ਗਿਆ ਉਹ 12-12 14-14 ਘੰਟੇ ਡਿਊਟੀਆਂ ਤੇ ਹੀ ਖੜਾ ਹੈ, ਉਹਨੂੰ 8 ਘੰਟੇ ਦੀ ਉਹਦੀ ਡਿਊਟੀ ਹੋਵੇ, ਚਾਹੇ ਤੁਸੀਂ ਉਹਦੇ ਬਦਲੇ ਮੁਲਾਜ਼ਮ ਜ਼ਿਆਦਾ ਰੱਖ ਲਓ। ਜਿਹੜਾ ਇਹ 462 ਕਰੋੜ ਰੁਪਇਆ ਅਸੀਂ 13ਵੀਂ ਤਨਖਾਹ 'ਚ ਦੇ ਰਹੇ ਹਾਂ, ਇਹ ਮੁਲਾਜ਼ਮ ਉਹਨੇ ਜ਼ਿਆਦਾ ਰੱਖੇ ਜਾ ਸਕਦੇ ਆ। ਇਸ ਤਰ੍ਹਾਂ ਦਾ ਵੀ ਇੱਕ ਸੀਗਾ ਪ੍ਰਪੋਜ਼ਲ ਕਿ ਤਾਂ ਕਿ ਇਹਨਾਂ ਨੂੰ ਵੀ ਆਰਾਮ ਮਿਲੇ। ਸੋ ਇਹ ਤਾਂ ਹੈਗਾ ਜਿਹੜਾ ਤੁਸੀਂ ਸਵਾਲ ਉਠਾਇਆ, ਉਹਦਾ ਆਨਸਰ ਇਹ ਹੈ ਕਿ ਹੱਲ ਤਾਂ ਪੈਸੇ ਨਾਲ ਨਹੀਂ ਹੋਣਾ, ਹੱਲ ਤਾਂ ਉਹਨੂੰ ਆਰਾਮ ਦੇਣ ਨਾਲ ਹੀ ਹੋਣਾ। ਪਰ ਜਿਹੜਾ ਦੂਜੀ ਗੱਲ ਵਿਧਾਨ ਸਭਾ ਵਾਲੀ ਸੀ ਉਹ ਵਾਕਈ ਸੀਰੀਅਸ ਹੈਗੀ ਹੈ। ਦੇਖੋ ਕਿਸੇ ਟਾਈਮ 60 70 ਜਿਹੜੀਆਂ ਸੀਗੀਆਂ ਚਲਦੀਆਂ ਸੀਗੀਆਂ ਵਿਧਾਨ ਸਭਾ ਦੀ ਸਿਟਿੰਗਸ ਹੁੰਦੀਆਂ ਸੀਗੀਆਂ, ਉਦੋਂ ਤਾਂ ਸਮਝ ਆਉਂਦਾ ਸੀ ਕਿਉਂਕਿ ਵਿਧਾਨ ਸਭਾ ਜਦੋਂ ਚਲਦੀ ਹੁੰਦੀ ਹੈ ਤਾਂ ਮੁਲਾਜ਼ਮਾਂ ਦਾ ਕੋਈ ਟਾਈਮ ਨਹੀਂ ਹੁੰਦਾ, ਉਹ ਰਾਤ ਦੇ 11 12 ਵਜੇ ਤੱਕ ਲੱਗੇ ਰਹਿੰਦੇ ਆ, ਕਿਉਂਕਿ ਸਵੇਰੇ ਜੋ ਬਿਜ਼ਨਸ ਆਣਾ ਹੁੰਦਾ ਹੈ ਉਹ ਰਾਤੀ ਉਹਦੇ ਕਾਗਜ਼ ਤਿਆਰ ਕਰਨੇ, ਸਾਰਿਆਂ ਤੱਕ ਪਹੁੰਚਾਣੇ, ਐਮਐਲਏਆਂ ਤੱਕ, ਬੜਾ ਵੱਡਾ ਕੰਮ ਹੁੰਦਾ ਸੀ। ਲੇਕਿਨ ਹੁਣ ਤਾਂ ਸਾਰਾ 18 ਦਿਨ ਹੀ ਰਹਿ ਗਈ ਹੈ, ਉਹ 18 ਦਿਨ 'ਚ ਵੀ ਮੈਕਸਿਮਮ ਕੰਮ ਜਿਹੜਾ ਉਹ ਕੰਪਿਊਟਰਾਈਜ਼ਡ ਹੋ ਗਿਆ। ਤਾਂ ਮੈਨੂੰ ਲੱਗਦਾ ਕਿ ਹੁਣ ਕੰਮ ਉਨਾ ਜ਼ਿਆਦਾ ਰਿਹਾ ਹੀ ਨਹੀਂ, ਔਰ ਬਾਕੀ ਸਾਰਾ ਸਾਲ ਤਾਂ ਫਿਰ ਇਹਨਾਂ ਕੋਲ ਕੰਮ ਹੀ ਨਹੀਂ ਹੁੰਦਾ ਜ਼ਿਆਦਾ। ਜਿਹੜੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਮੀਟਿੰਗਾਂ ਵੀ ਨੇ ਉਹ ਵੀ ਸਾਰੇ ਹਫ਼ਤੇ 'ਚ 2-2 ਹੁੰਦੀਆਂ ਨੇ। ਸੋ ਮੈਨੂੰ ਨਹੀਂ ਲੱਗਦਾ ਵੀ ਫਿਰ ਇਹ 13ਵੀਂ ਤਨਖਾਹ ਕਿਉਂ ਬਣਦੀ ਹੈ। ਇਸ ਤਰ੍ਹਾਂ ਇੱਕ ਡਾਕਟਰਸ ਦਾ ਵੀ ਸੀਗਾ ਕਿ ਡਾਕਟਰਸ ਨੂੰ ਵੀ ਐਨਪੀਏ ਦਿੱਤਾ ਜਾਂਦਾ ਵੀ ਨਾਨ ਪ੍ਰੈਕਟਿਸ ਅਲਾਊਂਸ ਹੈ, ਇਹ ਤੁਸੀਂ ਇਸ ਕਰਕੇ ਦਿੰਦੇ ਹੋ ਵੀ ਡਾਕਟਰ ਜਿਹੜੇ ਹੈਗੇ ਆ ਉਹ ਨਾਨ ਪ੍ਰੈਕਟਿਸ ਨਾ ਕਰਨ ਆਪਣੀ ਨੌਕਰੀ ਤੋਂ ਬਾਅਦ। ਤੁਸੀਂ ਅੱਜ ਵੀ ਦੇਖ ਲਓ ਕਿਸ ਸ਼ਹਿਰ ਦੇ ਵਿੱਚ ਤੁਹਾਨੂੰ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਦਾ ਮਿਲਦਾ। ਸੋ ਇੱਕ ਪ੍ਰਪੋਜ਼ਲ ਕੈਪਟਨ ਸਰਕਾਰ ਦੇ ਟਾਈਮ 'ਚ ਆਈ ਸੀ ਔਰ ਅੱਛੀ ਪ੍ਰਪੋਜ਼ਲ ਸੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪ੍ਰਾਈਵੇਟ ਪ੍ਰੈਕਟਿਸ ਕਰ ਸਕਦੇ ਹੋ ਤੇ ਤੁਹਾਨੂੰ ਹਸਪੀਟਲ ਵੀ ਬਣਾਉਣ ਦੀ ਲੋੜ ਨਹੀਂ, ਤੁਸੀਂ ਸਰਕਾਰੀ ਹਸਪੀਟਲ ਯੂਜ਼ ਕਰੋ। 3 ਜਾਂ 4 ਵਜੇ ਤੋਂ ਬਾਅਦ ਤੁਸੀਂ ਸਰਕਾਰੀ ਹਸਪੀਟਲ ਯੂਜ਼ ਕਰੋ, ਉਸ ਚੋਂ ਜਿੰਨੀ ਫਿਰ ਕਮਾਈ ਹੋਏਗੀ ਉਹ ਤੁਸੀਂ 50% ਸਰਕਾਰ ਨੂੰ ਦਿਓ, 50% ਤੁਸੀਂ ਆਪ ਰੱਖੋ। ਯਾਨੀ ਇੰਫਰਾਸਟ੍ਰਕਚਰ ਦਾ ਪੈਸਾ ਤੁਸੀਂ ਸਾਨੂੰ ਦੇ ਦਿਓ, 50% ਤੁਸੀਂ ਆਪ ਰੱਖ ਲਓ, ਤਾਂ ਕਿ ਲੋਕਾਂ ਨੂੰ ਵੀ ਸੁਵਿਧਾ ਮਿਲਦੀ ਰਹੇ, ਤੁਹਾਨੂੰ ਜਿਹੜੇ ਐਡੀਸ਼ਨਲ ਪੈਸੇ ਚਾਹੀਦੇ ਨੇ ਉਹ ਵੀ ਮਿਲਦੇ ਰਹਿਣ ਤੇ ਸਰਕਾਰ ਦੇ ਉੱਤੇ ਕੋਈ ਖਰਚਾ ਵੀ ਨਾ ਆਵੇ, ਬੋਝ ਵੀ ਨਾ ਬਣੇ। ਸੋ ਇਹ ਸਾਰੇ ਪ੍ਰਪੋਜ਼ਲ ਮਤਲਬ ਨਹੀਂ ਚੱਲੇ। ਇਸੇ ਤਰ੍ਹਾਂ ਹੀ ਬਿਜਲੀ ਸਬਸਿਡੀ ਹੈ, ਸਬਸਿਡੀ ਦੇ ਉੱਤੇ ਵੀ ਆਇਆ ਸੀਗਾ ਕਿ ਬਈ ਇਹ ਮਤਲਬ ਇੱਕ ਮੋਟਰ ਤੇ ਦਿੱਤੀ ਜਾਏ, ਇਹ ਨਹੀਂ ਕਿ ਜਿਹਦੇ ਕੋਲੇ 5-5 6-6 7-7 ਮੋਟਰਾਂ ਨੇ ਵੀ ਉਹਨਾਂ ਨੂੰ ਤੁਸੀਂ 7 ਮੋਟਰਾਂ ਤੇ ਦੇ ਰਹੇ ਹੋ ਤੇ ਕਿਸੇ ਕੋਲੇ ਇੱਕ ਵੀ ਮੋਟਰ ਨਹੀਂ ਹੈਗੀ, ਉਹਨੂੰ ਵਿਚਾਰੇ ਨੂੰ ਕੁਝ ਮਿਲ ਹੀ ਨਹੀਂ ਰਿਹਾ। ਸੋ ਇਹਨੂੰ ਤਰਕਸੰਗਤ ਕਰੋ। ਤਾਂ ਜੇ ਅਗਰ ਕਿਉਂਕਿ ਉਹਨਾਂ ਨੇ ਇੱਕ ਜਿਹੜੀ ਫਿਗਰ ਦਿੱਤੀ ਸੀ ਉਹ ਬੜੀ ਇੰਟਰਸਟਿੰਗ ਸੀ ਕਿ ਪੰਜਾਬ ਦੇ ਵਿੱਚ 59,000 ਕਿਸਾਨ ਇਦਾਂ ਦੇ ਨੇ ਜਿਨ੍ਹਾਂ ਕੋਲ ਜਿਹੜੇ 25 ਏਕੜ ਜਿਨ੍ਹਾਂ ਕੋਲ ਲੈਂਡ ਜ਼ਿਆਦਾ, 25 ਏਕੜ ਤੋਂ ਲੈਂਡ ਜ਼ਿਆਦਾ ਹੈ ਔਰ ਉਹਨਾਂ ਕੋਲੇ 3 ਜਾਂ 4 ਮੋਟਰਾਂ ਨੇ, ਮਤਲਬ 3 ਜਾਂ 4 ਮੋਟਰਾਂ ਉਹਨਾਂ ਕੋਲ ਹੋਣ ਦੇ ਕਾਰਨ ਜਿਹੜੀ ਟੋਟਲ ਸਬਸਿਡੀ ਦਾ 60% ਕੱਲਾ ਇਹ 59,000 ਕਿਸਾਨਾਂ ਨੂੰ ਹੀ ਮਿਲਦਾ ਹੈ। ਸੋ ਇਦਾਂ ਦੀ ਫਿਗਰ ਇੱਕ ਬੜੀ ਇੰਟਰਸਟਿੰਗ ਸੀਗੀ। ਸੋ ਉਸ ਲੇਕਿਨ ਮਤਲਬ ਕਿਸੇ ਨੇ ਵੀ ਇਦਾਂ ਦੀ ਕੋਈ ਵਿਲ ਨਹੀਂ ਦਿਖਾਈ ਕਿ ਹਾਂ ਅਸੀਂ ਇਸ ਤਰ੍ਹਾਂ ਦਾ ਕੋਈ ਡਿਸੀਜਨ ਲੈ ਲਈਏ, ਜਾਂ ਜਿਵੇਂ ਮਤਲਬ ਵੀ ਅਸੀਂ 7 ਏਕੜ ਜਾਂ 10 ਏਕੜ ਲੈਂਡ ਤੱਕ ਹੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੀ ਸਬਸਿਡੀ ਦਿੱਤੀ ਜਾਏ, 25-25 ਜਾਂ 50-50 100 ਏਕੜਾਂ ਵਾਲਿਆਂ ਨੂੰ ਨਾ ਦਿੱਤੀ ਜਾਏ। ਇਹ ਵਾਲਾ ਸਟੈਂਡ ਵੀ ਮਤਲਬ ਗਵਰਨਮੈਂਟ ਜਿਹੜਾ ਹੈ ਨਹੀਂ ਲੈ ਸਕੀ। ਸੋ ਇੱਕ ਮੇਰੇ ਕਿੱਕੀ ਢਿੱਲੋਂ ਵਾਲੇ ਉਹ ਇਸ਼ੂ ਦੇ ਕੇ ਸਵਾਲ ਸੀਗਾ ਕਿ ਪੰਜਾਬ ਦੇ ਵਿੱਚ ਜਮਾਬੰਦੀ ਐਕਟ ਲਾਗੂ ਹੈ, ਇਹ 70 ਏਕੜ ਲੈਂਡ ਕਿਵੇਂ ਕਿਸੇ ਇੱਕ ਨਾਂ ਤੇ ਹੋਗੀ, ਇਹ ਮੈਨੂੰ ਸਮਝ ਨਹੀਂ ਆਇਆ। ਇਕੱਲੇ 70 ਏਕੜ ਲੈਂਡ ਉਹਦੇ ਕੋਲ ਕਿਵੇਂ ਚਲ ਗਈ? ਇੱਥੇ ਤਾਂ 16 ਏਕੜ ਤੋਂ ਵੱਧ ਤੁਸੀਂ ਰੱਖ ਨਹੀਂ ਸਕਦੇ। ਤਾਂ ਮੈਨੂੰ ਲੱਗਦਾ ਕਿ ਇੱਥੇ ਵੀ ਸ਼ਾਇਦ ਕੋਈ ਗਲਤੀ ਹੈ। ਕੱਲਾ ਜਿਹੜਾ ਉਹਦਾ ਨਾਂ ਜਿਹੜਾ ਲਿੱਤਾ ਸੀ ਇਹਨਾਂ ਨੇ, ਕੀ ਨਾਂ ਲਿੱਤਾ ਸੀ ਪਾਸ ਕਰਦਾ ਦੱਸ ਦਿਓ। ਗੁਰਸੇਵਕ ਸਿੰਘ, ਉਹਦੇ ਕੋਲੇ 70 ਏਕੜ ਲੈਂਡ ਕਿਵੇਂ ਲੈ ਲਈ? ਇੱਕ ਨਾਮ ਤੇ ਹੋ ਨਹੀਂ ਸਕਦੀ, ਇਹਦੇ ਵਿੱਚ ਵੀ ਕੋਈ ਗੜਬੜ ਹੈਗੀ ਹੈ ਵੱਡੀ। ਹਾਂ, ਇਹ ਚੈੱਕ ਕਰਾਵਾਂਗੇ ਵੀ ਇਹ ਕਿਵੇਂ ਪ੍ਰਕਾਸ਼ਿਤ ਹੋ ਰਿਹਾ ਕਿ 70 ਏਕੜ ਜ਼ਮੀਨ। ਹੋ ਸਕਦਾ ਹੈ ਕਿ ਕਿਸੇ ਤਹਿਸੀਲਦਾਰ ਨੇ ਉਹ ਐਕਟ ਦੇਖੇ ਬਿਨਾਂ ਪ੍ਰਭਾਵ ਹੀ ਜ਼ਿਆਦਾ ਕਬੂਲ ਲਿਆ, ਇੰਨੀ ਰਜਿਸਟਰੀ ਕਰਤੀ, ਜਾਂ ਫਿਰ
ਕਈ ਵਾਰੀ ਵਿਜੀਲੈਂਸ ਦੇ ਅੰਕੜੇ ਵੀ ਪੁੱਠੇ ਸਿੱਧੇ ਹੋ ਜਾਂਦੇ ਨੇ। ਖੈਰ ਇਹ ਸਾਰੀਆਂ ਚੀਜ਼ਾਂ ਤੇ ਭਾਸਕਰ ਸਾਹਿਬ ਤੁਹਾਡੇ ਕੋਲ ਹੀ ਆ ਰਿਹਾ। ਮੈਨੂੰ ਇਹਨਾਂ ਦੀ ਗੱਲ ਇੱਕ ਬੜੀ ਅਪੀਲ ਕਰ ਗਈ, ਉਹਨੇ ਫੜ ਕੇ ਬਿਠਾ ਲਿਆ। ਇਹ ਕਹਿੰਦੇ ਪੁਲਿਸ ਵਾਲਿਆਂ ਦੀ ਨਾ ਹੋਲੀ ਨਾ ਦੀਵਾਲੀ, ਤੇ ਨਾਲ ਹੀ ਇਹ 59,000 ਕਿਸਾਨਾਂ ਦੀ ਸਬਸਿਡੀ ਦਾ ਜ਼ਿਕਰ ਕਰੀ ਜਾਂਦੇ ਆ। ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਦੇ ਦੌਰ 'ਚ ਇੱਕ ਵਾਰੀ ਇਹ ਵੀ ਕਾਲ ਦਿੱਤੀ ਗਈ ਸੀ ਕਿ ਜਿਹੜੇ ਸਹਿੰਦੇ ਨੇ ਉਹ ਸਬਸਿਡੀ ਛੱਡ ਦੇਣ। ਇੱਕ ਦੋ ਨੇ ਛੱਡੀ ਸੀ, ਭਾਸਕਰ ਸਾਹਿਬ ਉੱਤੇ ਗੱਲ ਕਰ ਦੇਣਗੇ। ਮੈਨੂੰ ਰਾਜ ਬਰਾੜ ਦਾ ਉਹ ਗੀਤ ਯਾਦ ਆ ਜਾਂਦਾ ਹੈ, ਉਹ ਮਰਹੂਮ ਨੇ ਚਲੇ ਗਏ, ਬੜੇ ਪਿਆਰੇ, ਬਹੁਤ ਪਿਆਰੇ ਇਨਸਾਨ ਤੇ ਬੜੇ ਵਧੀਆ ਸਿੰਗਰ ਸੀਗੇ। ਸਾਡੇ ਵਾਰੀ ਰੰਗ ਮੁੱਕਿਆ, ਹੋਲੀ 11 ਨਾਲ ਖੇਡੀ ਤੋਂ ਬਥੇਰੀ। ਤੇ ਭਾਸਕਰ ਸਾਹਿਬ ਸਾਡੇ ਵਰਗੇ ਕਿੱਲੇ ਕਿੱਲੇ ਵਾਲਿਆਂ ਨੂੰ ਕਿੱਥੇ ਸਬਸਿਡੀ ਮਿਲਦੀ? ਸਬਸਿਡੀ ਤਾਂ ਖਾ ਜਾਂਦੇ ਉਹ ਮਾਲਵੇ ਧੁਰ ਦੇ ਵਿੱਚ ਬੈਠੇ ਵੱਡੇ ਵੱਡੇ ਧਨਾੜ। ਤੋਰੋ ਗੱਲ ਦਾ। ਜੀ ਬਿਲਕੁਲ ਇੰਦਰਪ੍ਰੀਤ, ਉਹਨਾਂ ਨੇ ਗੱਲ ਕੀਤੀ ਵਿਧਾਨ ਸਭਾ ਦੀ, ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੀ 13ਵੀਂ ਤਨਖਾਹ ਕਿਉਂ। ਇੰਦਰਪ੍ਰੀਤ ਜੀ, ਤੁਸੀਂ ਵਿਧਾਨ ਸਭਾ ਜਾਂਦੇ ਰਹਿੰਦੇ ਹੋ, ਧਿਆਨ ਨਾਲ ਜਾਣਾ ਹੁਣ ਕਿ ਉੱਥੇ ਦੇ ਮੁਲਾਜ਼ਮ ਤੁਹਾਨੂੰ ਪੈ ਜਾਣਗੇ ਵੀ ਸਾਡੀ 13ਵੀਂ ਤਨਖਾਹ ਦੇ ਮਗਰ ਪੈ ਗਏ ਨੇ। ਪਰ ਸਰਕਾਰ ਤੇ ਚਲੋ ਇਸ ਮੁੱਦੇ ਤੇ ਕਿੰਨਾ ਕੁ ਜਾਂਦੀ ਹੈ, ਲੇਕਿਨ ਤੁਸੀਂ ਬਿਜਲੀ ਬਚਾਉਣ ਦੀ ਵੀ ਗੱਲ ਕੀਤੀ। ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਡਿਸੀਜਨ ਲਿੱਤਾ ਸੀਗਾ ਮਈ 2 ਤੋਂ ਸਵੇਰੇ 7:30 ਵਜੇ ਤੋਂ 2 ਵਜੇ ਤੱਕ ਦਫ਼ਤਰ ਰਹੇਗਾ, ਔਰ ਟੀਚਾ ਸੀਗਾ ਬਿਜਲੀ ਬਚਾਉਣ ਦਾ। ਬਿਜਲੀ ਮੈਨੂੰ ਲੱਗਦਾ ਜਿਹੜਾ ਟੀਚਾ ਰੱਖਿਆ ਸੀ ਉਸ ਤੋਂ ਜ਼ਿਆਦਾ ਬਚ ਰਹੀ ਹੈ। ਕਾਰਨ ਕਿ ਸਵੇਰੇ 7 ਵਜੇ 7:30 ਵਜੇ ਕੱਲ ਵੀ ਇੱਕ ਟੀਵੀ ਚੈਨਲ ਤੇ ਰਿਪੋਰਟ ਚੱਲਦੀ ਸੀ, ਬਹੁਤੇ ਮੁਲਾਜ਼ਮ ਤੇ ਆਉਂਦੇ ਹੀ 11 ਵਜੇ ਨੇ, 10 ਵਜੇ ਨੇ। ਯਾਨੀ ਉਹ ਬਿਜਲੀ ਵੀ ਬਚ ਰਹੀ ਹੈ ਜਿਹੜੀ 7:30 ਵਜੇ ਤੋਂ ਖਰਚ ਹੋਣੀ ਸੀ, ਕਿਉਂਕਿ ਮੁਲਾਜ਼ਮ ਪਹੁੰਚ ਹੀ ਨਹੀਂ ਰਹੇ। ਬਹੁਤ ਸਾਰੇ ਨਹੀਂ ਭਾਸਕਰ ਸਾਹਿਬ, ਸਵੀਪਰ ਤੇ ਚੌਕੀਦਾਰ ਤੇ ਦੂਜੇ ਜਿਹੜੇ ਲੋਕ ਉਸ ਵਕਤ ਆ ਜਾਂਦੇ, ਪੱਖੇ ਏਸੀ ਪਹਿਲਾਂ ਸਾਹਿਬ ਤੋਂ ਚੱਲ ਜਾਂਦੇ ਵੀ ਚਿਲਡ ਚਾਹੀਦਾ ਕਮਰਾ, ਤੇ ਇਹ ਮਾਮਲੇ ਤਾਂ ਇਦਾਂ ਹੀ ਚੱਲਦੇ। ਨਹੀਂ, ਇਹਦੇ ਵਿੱਚ ਇੱਕ ਮੈਨੂੰ ਲੱਗਦਾ ਭਗਵੰਤ ਮਾਨ ਸਰਕਾਰ ਨੂੰ ਅੱਜ ਦੀ ਕੈਬਨਿਟ ਦੇ ਵਿੱਚ ਇਹ ਵੀ ਇੱਕ ਟੀਚਾ ਦੇ ਦੇਣਾ ਚਾਹੀਦਾ ਵੀ ਜਿਹੜੇ ਮੁਲਾਜ਼ਮ ਨਹੀਂ ਪਹੁੰਚ ਰਹੇ, ਚਲੋ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਨਹੀਂ ਲੈਣਗੇ, ਪਰ ਘੱਟ ਤੋਂ ਘੱਟ ਏਸੀ ਸਵੇਰੇ 7 ਵਜੇ 7:30 ਵਜੇ ਉਹ ਨਾ ਕਰੋ। ਇਹ ਚੌਕੀਦਾਰਾਂ ਵਾਸਤੇ, ਜਿਹੜਾ ਹੋਰ ਜਿਹੜੇ ਕਰਮਚਾਰੀ ਹੈਗੇ ਆ ਜਿਨ੍ਹਾਂ ਦਾ ਕੰਮ ਅਫਸਰਾਂ ਨੇ ਲਾਇਆ ਹੁੰਦਾ ਵੀ ਏਸੀ ਸਵੇਰੇ 7 ਵਜੇ ਔਨ ਕਰ ਦਿਓ, ਉਹਦੇ ਉੱਤੇ ਥੋੜਾ ਜਿਹਾ ਬੈਨ ਜਾਂ ਲਾਉਣ ਤੇ ਠੀਕ ਹੈ। ਹੁਣ ਤੁਸੀਂ ਗੱਲ ਮੈਨੂੰ ਪੁੱਛੀ ਹੋਰ ਜਿਹੜੀ ਇਸ ਮਾਮਲੇ ਦੇ ਵਿੱਚ, ਮੇਰਾ ਸਵਾਲ ਇਹ ਸੀਗਾ ਵੀ ਇਹ ਰੌਲੇ ਜਦੋਂ ਸਾਰੇ ਪੈ ਰਹੇ ਆ ਕਿ ਪੁਲਿਸ ਵਾਲਿਆਂ ਦੀਆਂ ਛੁੱਟੀਆਂ, ਵੈਸੇ ਤੁਸੀਂ ਦੋਨਾਂ ਨੇ 13ਵੀਂ ਤਨਖਾਹ ਦਾ ਬੜਾ ਜ਼ਿਕਰ ਕੀਤਾ, ਮੈਂ ਜੱਗੋਂ 13ਵੀਂ ਦਾ ਕਰਦਾ ਹੁੰਦਾ ਵੀ ਜੱਗੋਂ 13ਵੀਂ ਇਹ ਵੀ ਹੋ ਰਹੀ ਆ ਕਿ ਪੰਜਾਬ ਦੇ ਵਿੱਚ ਵੱਡੇ ਵੱਡੇ ਅਫਸਰ, ਕਾਫੀ ਅਹਿਮ ਰੁਤਬੇ, ਵਿਜੀਲੈਂਸ ਦਾ ਡੰਗ ਤੇਜ਼ ਹੈ ਜਾਂ ਉਂਝ ਹੀ ਸਵਾਦ ਮੁੱਕ ਗਿਆ, ਸਿਆਸੀ ਦਖਲਅੰਦਾਜ਼ੀ ਜ਼ਿਆਦਾ, ਕਰਪਸ਼ਨ ਘਟ ਗਈ, ਕੀ ਚੱਕਰ ਹੈ? ਨੌਕਰੀਆਂ ਛੱਡ ਕੇ ਜਿੰਨੇ ਵੀ ਪੈਸੇ ਬਣੇ ਨੇ, ਜੀਪੀ ਫੰਡ, ਦੂਜਾ ਤੀਜਾ, ਗ੍ਰੈਚੁਟੀ ਵਗੈਰਾ, ਮੈਨੂੰ ਤੇ ਪਤਾ ਨਹੀਂ ਕਿਉਂਕਿ ਮੈਂ ਕਦੇ ਸਰਕਾਰੀ ਨੌਕਰੀ ਕੀਤੀ ਨਹੀਂ, ਇਹ ਪੈਸੇ ਲੈ ਕੇ ਸਾਰੇ ਵਿਦੇਸ਼ ਨੂੰ ਉਡਾਰੀ ਮਾਰੀ ਜਾ ਰਹੇ। ਵੈਸੇ ਬੱਚੇ ਤੇ ਬਹੁਤਿਆਂ ਦੇ ਪਹਿਲਾਂ ਚਲੇ ਗਏ, ਹੁਣ ਸਾਰੇ ਬਾਹਰ ਸੈਟਲ ਹੋਣ ਲਈ ਜਾ ਰਹੇ ਨੇ। ਇਹ ਚੱਕਰ ਕੀ ਆ? ਇਹ ਭਾਸਕਰ ਸਾਹਿਬ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ? ਏਡੇ ਏਡੇ ਵੱਡੇ ਬੰਦੇ ਚਲੇ ਗਏ, ਅਸੀਂ ਮਗਰ ਰਹਿ ਕੇ ਕੀ ਕਰਨਾ? ਅਸੀਂ ਵੀ ਪੂਛ ਪੜ ਲਾਂਗੇ ਕਿ ਜਹਾਜ਼ ਦੀ। ਵੈਸੇ ਤੇ ਬਹੁਤ ਸਾਰੇ ਅਫਸਰ, ਜਿਨ੍ਹਾਂ ਅਫਸਰਾਂ ਦੇ ਉੱਤੇ ਭਾਵੇਂ ਵਿਜੀਲੈਂਸ ਦੀ ਗਾਜਗਿਰੀ ਹੋਏ, ਤੁਹਾਨੂੰ ਯਾਦ ਹੋਏਗਾ ਰਾਕੇਸ਼ ਸਿੰਗਲਾ ਜਿਹੜੇ ਲੁਧਿਆਣੇ ਵਾਲੇ, ਔਰ ਆਸ਼ੂ ਉਹਨਾਂ ਦੇ ਖਾਸ, ਜੋ ਧੁਰੀ ਸੀ ਕਿ ਉਸ ਟੈਂਡਰ ਯਾਨੀ ਢੋਆ-ਢੁਆਈ ਦੇ ਕੇਸ ਦੇ ਵਿੱਚ ਕਥਿਤ ਤੌਰ ਤੇ 2000 ਕਰੋੜ ਦੇ ਘੁਟਾਲੇ ਦੇ, ਉਹਨਾਂ ਨੂੰ ਸਰਕਾਰ ਨੇ ਬਰਖਾਸਤ ਕੀਤਾ। ਬਰਖਾਸਤ ਕਰਨ ਤੋਂ ਪਹਿਲੇ ਹੀ ਉਹ ਕੈਨੇਡਾ ਜਾ ਚੁੱਕੇ ਸੀ। ਫਿਰ ਉਹ ਪਨਸਪ ਦੇ ਗੁਰਵਿੰਦਰ ਸਿੰਘ ਇੰਸਪੈਕਟਰ ਕਹਿੰਦੇ ਸੀ ਵੀ ਕਰੋੜਾਂ ਰੁਪਏ ਦਾ ਉਹਨਾਂ ਨੇ ਅਨਾਜ ਖੁਰਦ-ਬੁਰਦ ਕੀਤਾ। ਬਰਖਾਸਤ ਕੀਤਾ ਸਰਕਾਰ ਨੇ, ਬਰਖਾਸਤ ਕਰਨ ਤੋਂ ਪਹਿਲੇ ਹੀ ਉਹ ਕੈਨੇਡਾ ਆਲਰੇਡੀ ਬੈਠੇ ਸੀਗੇ, ਕੋਈ ਐਕਸ਼ਨ ਨਹੀਂ ਹੋ ਪਾਇਆ। ਭਾਵੇਂ ਕਾਨੂੰਨੀ ਤੌਰ ਤੇ ਕੋਈ ਪੀਓ ਡਿਕਲੇਅਰ ਕਰਨ ਦੀ ਗੱਲਾਂ ਜ਼ਰੂਰ ਤੁਰਦੀ ਹੈ। ਹੁਣ ਏਦਾਂ ਦੇ ਬਹੁਤ ਸਾਰੇ ਅਫਸਰਾਂ ਦੇ ਕੋਲ PR ਕਈ ਕੰਟਰੀ ਦੀ ਹੈਗੀ ਹੈ। ਯਾਨੀ ਇਹਦੀ ਇੱਕ ਗੱਲ ਜ਼ਰੂਰ ਚੱਲੀ ਸੀ, ਵਿਜੀਲੈਂਸ ਵਾਲਿਆਂ ਨੇ ਲਿਖਿਆ ਵੀ ਸੀਗਾ ਕਿ ਵੀ ਇਹਦਾ ਪਤਾ ਕਰੋ ਕਿਹੜੇ ਕਿਹੜੇ ਅਫਸਰ ਕੋਲ PR ਆਲਰੇਡੀ ਹੈਗੀ ਹੈ ਤੇ ਉਹਨਾਂ ਨੂੰ ਆਪਣੀ ਇੱਕ ਪਾਸਪੋਰਟ ਓਰੀਜਨਲ ਉਹ ਜਮ੍ਹਾਂ ਕਰਾਣੇ ਹੋਣਗੇ। ਹੁਣ ਗੱਲ ਪੁਲਿਸ ਮਹਿਕਮੇ ਦੀ ਚੱਲ ਰਹੀ ਹੈ। ਇਸ ਤੋਂ ਪਹਿਲੇ 2007 ਤੋਂ ਬਾਅਦ ਮਾਸਟਰ ਯਾਨੀ ਟੀਚਰ ਡਿਪਾਰਟਮੈਂਟ ਦੀ, ਐਜੂਕੇਸ਼ਨ ਡਿਪਾਰਟਮੈਂਟ ਦੀ ਵੀ ਗੱਲਾਂ ਤੁਰੀ ਸੀ, ਜਦ ਬਹੁਤ ਸਾਰੇ ਟੀਚਰ, ਔਰ ਇਹ ਉਸ ਟਾਈਮ ਵੀ ਇੱਕ ਡਾਟਾ ਨਿਕਲ ਕੇ ਆਇਆ ਸੀਗਾ ਕਿ ਟੀਚਰ ਜਿਹੜੇ ਹੈਗੇ ਨੇ ਮੈਕਸਿਮਮ ਭਾਵੇਂ ਤਨਖਾਹਾਂ ਇੱਥੋਂ ਲੈ ਰਹੇ ਨੇ, ਬੈਠੇ ਕੈਨੇਡਾ ਹੈਗੇ ਨੇ, ਔਰ ਛੁੱਟੀ ਲੈ ਕੇ ਜਾਂਦੇ ਨੇ, ਉਸ ਤੋਂ ਬਾਅਦ ਆਪਣੀ ਛੁੱਟੀਆਂ ਐਕਸਟੈਂਡ ਕਰ ਲੈਂਦੇ ਨੇ 5-6 ਮਹੀਨੇ ਦੀ। ਪਰ ਉਹ ਗੱਲਾਂ ਤੁਰੀਆਂ ਸੀ, ਉਸ ਤੋਂ ਬਾਅਦ ਟੀਚਰ ਤੇ ਸ਼ਾਇਦ ਥੋੜੇ ਬਹੁਤ ਰੁਕ ਵੀ ਗਏ। ਪਰ ਇਹ ਪੁਲਿਸ ਮਹਿਕਮੇ ਦੇ ਵਿੱਚ ਹੁਣ ਇੱਕ ਡਾਟਾ, ਅੱਜ ਹਿੰਦੁਸਤਾਨ ਟਾਈਮਸ ਵਰਗੀ ਵੱਡੀ ਅਖਬਾਰ ਦੇ ਵਿੱਚ ਰਵਿੰਦਰ ਵਾਸੂਦੇਵਾ ਦੀ ਇੱਕ ਸਟੋਰੀ ਹੈਗੀ ਹੈ, ਉਹਦੇ ਹਿਸਾਬ ਨਾਲ ਜਿਹੜਾ ਪੁਲਿਸ ਵਾਲੇ ਜਿਹੜੇ ਬਾਹਰ ਜਾ ਰਹੇ ਨਾ, ਇਹ ਇੱਕ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ। ਪਰ ਹਾਂ, ਨਵੀਂ ਰਿਕਰੂਟਮੈਂਟ ਨਿਕਲੇਗੀ, ਇਹ ਖੁਸ਼ੀ ਵਾਲੀ ਗੱਲ ਵੀ ਹੈਗੀ ਹੈ ਭਗਵੰਤ ਮਾਨ ਸਰਕਾਰ ਵਾਸਤੇ, ਕਿਉਂਕਿ ਹੁਣ ਨਵੇਂ ਰਿਕਰੂਟਮੈਂਟ ਲੈਟਰ ਉਹਨਾਂ ਨੂੰ ਦੇਣ ਦਾ ਮੌਕਾ ਮਿਲ ਸਕਦਾ ਹੈ। ਔਰ ਅਗਰ ਡਾਟੇ ਦੀ ਗੱਲ ਕਰੀਏ ਤੇ ਪੰਜਾਬ ਪੁਲਿਸ ਦੇ ਵਿੱਚ ਬਾਹਰ ਜਾਣ ਵਾਲੇ ਪੁਲਿਸ ਵਾਲਿਆਂ ਦੀ ਸੰਖਿਆ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀ ਹੈ।
ਪਿਛਲੇ 5 ਸਾਲਾਂ ਦੀ ਹੀ ਗੱਲ ਕਰੀਏ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ, ਚੰਨੀ ਉਹਨਾਂ ਦਾ ਤੇ ਹੁਣ ਭਗਵੰਤ ਮਾਨ ਉਹਨਾਂ ਦਾ ਕਾਰਜਕਾਲ ਸਾਰੇ ਆਉਂਦੇ ਨੇ। ਉਹਦੇ ਵਿੱਚ ਤਕਰੀਬਨ 5 ਸਾਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ 6 DSP, 4 SP, 17 ਪੁਲਿਸ ਵਾਲੇ ਉਹ ਬਾਹਰ ਜਾਣ ਵਾਸਤੇ VRS ਲੈ ਕੇ ਬਾਹਰ ਚਲੇ ਗਏ ਨੇ। ਔਰ ਜਿੱਥੇ ਗੱਲ ਕਰੀਏ ਅੱਜ ਦੇ ਦਿਨ ਦੇ ਵਿੱਚ ਔਨ ਐਨ ਐਵਰੇਜ 40 ਪੁਲਿਸ ਕਰਮਚਾਰੀ, ਇਹ ਸਾਰੇ ਰੈਂਕ ਦੇ ਵਿੱਚ ਇਹਦੇ ਵਿੱਚ ਇਨਕਲੂਡ ਹੈਗੇ ਨੇ, ਉਹ 1 ਸਾਲ ਦੇ ਵਿੱਚ VRS ਲੈ ਕੇ ਬਾਹਰ ਜਾਣ ਦੇ ਵਾਸਤੇ ਇੱਛੁਕ ਹੈਗੇ ਨੇ। ਉਹਨਾਂ ਨੇ ਅਪਲਾਈ ਵੀ ਕੀਤਾ ਹੈ। ਇਹ ਐਵਰੇਜ ਗੱਡੀ ਹੈ 40 ਅਫਸਰਾਂ ਦੀ। ਲੁਧਿਆਣਾ ਦੀ ਗੱਲ ਕਰੀਏ ਜਿੱਥੇ ਮਨਦੀਪ ਸਿੱਧੂ ਹੋਣਾ ਬੜੇ ਵਧੀਆ ਪੁਲਿਸ ਕਮਿਸ਼ਨਰ ਉੱਥੇ ਪੋਸਟਡ ਹੈਗੇ ਨੇ, ਉੱਥੇ 91 ਕੌਪਸ ਯਾਨੀ 91 ਪੁਲਿਸ ਵਾਲੇ ਉਹ ਪਿਛਲੇ 3 ਸਾਲਾਂ ਦੇ ਵਿੱਚ ਅਪਲਾਈ ਕਰ ਚੁੱਕੇ ਨੇ VRS, ਔਰ ਉਹਨਾਂ ਵਿੱਚੋਂ ਕਈ ਤੇ ਜਾ ਵੀ ਚੁੱਕੇ ਨੇ। 47 ਅਸਿਸਟੈਂਟ ਸਬ ਇੰਸਪੈਕਟਰ, 31 ਕਾਂਸਟੇਬਲ, 8 ਹੈਡ ਕਾਂਸਟੇਬਲ ਤੇ 5 ਸਬ ਇੰਸਪੈਕਟਰ, ਇਹ ਸਾਰੇ ਦੇ ਸਾਰੇ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਕੋਲ ਕੈਨੇਡਾ ਜਾਂ ਆਸਟ੍ਰੇਲੀਆ। ਉਹ ਕਹਿੰਦੇ ਨੇ ਸਾਡੇ ਬੱਚੇ ਉੱਥੇ ਸੈਟਲ ਹੋ ਗਏ, ਇੱਥੇ ਟੈਨਸ਼ਨ ਬਹੁਤ ਹੈ, ਸਾਨੂੰ ਦੋ VRS, ਕਿਉਂਕਿ ਪੁਲਿਸ ਕਰਮਚਾਰੀ VRS ਲੈ ਸਕਦਾ ਹੈ 24 ਸਾਲ ਦੀ ਨੌਕਰੀ ਤੋਂ ਬਾਅਦ, ਤੇ ਲੀਗਲੀ ਵੀ ਅਲਾਉਡ ਹੈ। ਹੁਣ ਉਹਨਾਂ ਨੂੰ ਤੁਸੀਂ ਕਿੱਦਾਂ ਰੋਕੋਗੇ? ਰੋਕਣ ਦੀ ਕੋਸ਼ਿਸ਼ ਕਈ ਵਾਰ ਸੀਨੀਅਰ ਪੁਲਿਸ ਅਫਸਰ ਕਰਦੇ ਨੇ, ਫਿਰ ਥੱਲੇ ਵਾਲੇ ਕਹਿੰਦੇ ਨੇ, ਕਈ ਤੇ ਸੀਨੀਅਰ ਪੁਲਿਸ ਅਫਸਰ ਵੀ ਜਾ ਰਹੇ ਨੇ। ਇਹ ਸਿਲਸਿਲਾ SSP ਲੈਵਲ ਤੇ ਤਦ ਸ਼ੁਰੂ ਹੋਇਆ ਜਦ ਇੰਦਰਮੋਹਨ ਸਿੰਘ ਪੱਟੀ SSP ਰੈਂਕ ਦੇ ਅਫਸਰ ਸੀਗੇ, ਉਹ ਵੀ ਚਲੇ ਗਏ ਕੈਨੇਡਾ ਛੱਡ ਕੇ ਸਭ ਕੁਝ। ਹੁਣ ਲੁਧਿਆਣੇ ਦਾ ਜਿਹੜੀ ਆਪਾਂ ਆંકੜਾ ਡਿਸਕਸ ਕੀਤਾ ਹੈ, ਉਹਦੇ ਵਿੱਚ 2021 ਦੇ ਵਿੱਚ 26 ਪੁਲਿਸ ਵਾਲੇ ਉਹ ਲੁਧਿਆਣੇ ਕੱਲੇ ਦੇ ਵਿੱਚ ਲੈ ਗਏ ਸੀਗੇ VRS ਤੇ ਚਲੇ ਗਏ ਉਡਾਨ ਭਰ ਗਏ ਕੈਨੇਡਾ ਵੱਲ। 2022 ਦੇ ਵਿੱਚ 28, ਜਿਹਦੇ ਵਿੱਚ 5 ਸਬ ਇੰਸਪੈਕਟਰ ਸੀਗੇ, 21 ASI ਸੀਗੇ ਤੇ 2 ਕਾਂਸਟੇਬਲ ਸੀਗੇ। 2023 ਹਜੇ ਸ਼ੁਰੂ ਹੋਇਆ, ਮਈ ਚੜਿਆ, 2023 ਦੇ ਵਿੱਚ ਹਜੇ ਤੱਕ 7 ਪੁਲਿਸ ਕਰਮਚਾਰੀ VRS ਦੇ ਵਾਸਤੇ ਅਪਲਾਈ ਕਰ ਚੁੱਕੇ ਨੇ। ਔਰ ਸਾਰਿਆਂ ਦਾ ਟੀਚਾ ਇਹੀ ਹੈ ਵੀ ਟੈਨਸ਼ਨ ਬਹੁਤ ਹੈ ਇਸ ਮਹਿਕਮੇ ਦੇ ਵਿੱਚ। ਇਸ ਮਹਿਕਮੇ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਵੀ ਸਹਿਣਾ ਪੈਂਦਾ ਹੈ, ਔਰ ਨਾਲੇ ਲੀਡਰਾਂ ਦੇ ਫੋਨ ਆ ਜਾਂਦੇ ਨੇ ਵੀ ਇਹਦੇ ਹੱਕ 'ਚ ਫੈਸਲਾ ਕਰੋ, ਉਹਦੇ ਹੱਕ 'ਚ ਦੇਖੋ। ਤੇ ਇਸ ਟੈਨਸ਼ਨ ਦੇ ਵਿੱਚ ਬਿਮਾਰੀਆਂ ਪਾਲ ਰਹੇ ਹਾਂ ਆਪਾਂ। ਇਹ ਬਿਮਾਰੀਆਂ ਪਾਲਣ ਦੀ ਬਜਾਏ ਆਪਾਂ ਆਪਣੇ ਬੱਚਿਆਂ ਕੋਲ ਜਾਈਏ ਤੇ ਉੱਥੇ ਜਾ ਕੇ ਬੁੱਲੇ ਲੁੱਟੀਏ। ਇਹ ਇੱਕ ਟਾਈਮ ਇਹ ਨਾ ਬੁਨਿਆਦੀ ਸਵਾਲ ਇਹ ਸੀਗਾ ਕਿ ਐਕਸ ਇੰਡੀਆ ਲਈ ਪਹਿਲਾਂ ਮਿਲ ਜਾਂਦੀ ਸੀ ਆਸਾਨੀ ਨਾਲ, ਬਾਹਰ ਜਾਣ ਦੀ ਛੁੱਟੀ ਸਾਰੇ ਮਹਿਕਮਿਆਂ ਦੇ ਵਿੱਚ ਜੁਗਾੜਬੰਦੀ ਲਾ ਕੇ ਮਿਲ ਹੀ ਜਾਂਦੀ ਸੀ, ਔਰ ਪਹਿਲੀ ਛੁੱਟੀ 2-3 ਮਹੀਨੇ ਦੀ 4 ਮਹੀਨੇ ਦੀ ਲੈ ਲਓ, ਉਸ ਤੋਂ ਬਾਅਦ ਉੱਥੋਂ ਹੀ ਛੁੱਟੀ ਭੇਜੀ ਜਾਂਦੀ ਸੀ, ਐਕਸਟੈਂਸ਼ਨ ਦੀ ਅਰਜ਼ੀ ਆਉਂਦੀ ਰਹਿੰਦੀ ਸੀ, ਐਕਸਟੈਂਡ ਕਰ ਦਿਓ। ਬੜੇ ਸਾਲਾਂ ਤੱਕ ਲੋਕ ਉੱਥੇ ਟਿਕੇ ਰਹੇ। ਮੈਨੂੰ ਲੱਗਦਾ ਹੁਣ ਇਹ ਪ੍ਰੋਸੈਸ ਹੋ ਗਿਆ ਔਖਾ। ਜਿਹੜੀ ਛੁੱਟੀ ਜਿਹੜੀ ਐਕਸ ਇੰਡੀਆ ਲੀਵ ਆ, ਬਾਹਰ ਜਾਣ ਦੀ ਛੁੱਟੀ, ਉਹ ਬਹੁਤ ਘੱਟ ਸੈਂਕਸ਼ਨ ਹੋ ਰਹੀ। ਇਸ ਕਰਕੇ ਲੋਕ ਹੁਣ ਜਿਨ੍ਹਾਂ ਨੇ ਆਪਣੇ ਤੈਅ ਸਾਲ ਪੂਰੇ ਕਰ ਲਏ ਆ, ਜਦੋਂ ਤੁਸੀਂ ਪੈਨਸ਼ਨ ਲੈ ਸਕਦੇ ਹੁੰਦੇ ਹੋ, ਜਦੋਂ ਤੁਸੀਂ ਆਪਣੇ ਬੈਨੀਫਿਟ ਲੈ ਸਕਦੇ ਹੋ, ਆਮ ਤੌਰ ਤੇ 25 ਸਾਲ ਬਾਅਦ ਲਗਭਗ ਸਾਰੇ ਬੈਨੀਫਿਟ ਮਿਲ ਜਾਂਦੇ ਸਰਵਿਸ ਦੇ। 20 ਸਾਲ ਤੋਂ ਬਾਅਦ ਵੀ ਕਈ ਮਹਿਕਮਿਆਂ ਦੇ ਵਿੱਚ VRS ਮਿਲ ਜਾਂਦੀ ਹੈ, ਪਰ ਉਹਦੇ ਚ ਬੈਨੀਫਿਟ ਸ਼ਾਇਦ ਜਾਂ ਪੈਨਸ਼ਨ ਥੋੜੀ ਘੱਟ ਹੁੰਦੀ ਹੋਊਗੀ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਲੋਕ ਲੈ ਰਹੇ ਆ। ਜਦੋਂ ਇਹੀ ਮਾਮਲੇ ਤੁਸੀਂ ਡਿਸਕਸ ਕਰ ਰਹੇ ਹੋ ਤੇ ਉਦੋਂ ਰੌਲਾ ਪੈ ਗਿਆ ਸੀ ਕਿ ਰਾਜਜੀਤ ਸਿੰਘ ਜਿਹੜੇ ਨੇ ਉਹ ਵੀ ਕਿਤੇ ਵਿਦੇਸ਼ ਚਲੇ ਗਏ ਹੋਣਗੇ। ਅੱਜ ਇੱਕ ਖਬਰ ਪ੍ਰਕਾਸ਼ਿਤ ਹੋ ਰਹੀ ਸੀਗੀ ਕਿ ਉਹ ਦਿੱਲੀ ਜਾਂ ਜੈਪੁਰ 'ਚ ਹੋ ਸਕਦੇ ਆ। 6 ਜਗ੍ਹਾ ਤੇ ਛਾਪੇ 6 ਟੀਮਾਂ ਨੇ ਮਾਰੇ ਨੇ। ਇਹਦੇ ਤੇ ਵੀ ਹਲਕਾ ਜਿਹਾ ਇੱਕ ਟੱਚ ਦੇ ਦਿਓ ਤਾਂ ਕਿ ਥੋੜੀ ਜਾਣਕਾਰੀ ਮਿਲ ਜੇ। ਪਿਛਲੇ ਦਿਨਾਂ 'ਚ ਇਹ ਵੀ ਇੱਕ ਵਿਜੀਲੈਂਸ ਚੀਫ ਹੁੰਦੇ ਸੀ, ਵੱਡੇ ਅਫਸਰ, ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਅਹਿਮ ਮਾਮਲਿਆਂ ਨੂੰ ਹੱਥ ਪਿਆ, ਲੇਕਿਨ ਲੌਜੀਕਲ ਐਂਡ ਤੱਕ ਕੋਈ ਨਹੀਂ ਗਿਆ। ਉਹਨਾਂ ਦੇ ਵੀ ਚੁੱਪ ਚਪੀਤੇ ਬਾਹਰ ਜਾਣ ਦੀ ਖਬਰ ਆ ਗਈ ਸੀ, ਫਿਰ ਪਤਾ ਲੱਗਿਆ ਉਹ ਸਭ ਕੁਝ ਵੇਚ ਵੱਟ ਚਲੇ ਗਏ, ਬੜੀਆਂ ਸਟੋਰੀਜ਼ ਹੋਈਆਂ। ਇਹ ਖੈਰ ਚੱਲਦੇ ਰਹਿੰਦੇ ਮਾਮਲੇ ਜੀ, ਹੋਰ ਵੀ ਕਈ ਲਾਈਨ 'ਚ ਲੱਗੇ ਹੋਣਗੇ। ਇਸ ਤੋਂ ਪਹਿਲਾਂ ਕਿਤੇ ਗੋਲ ਗਲੂੰਡੀ ਪੈ ਜੇ, ਪਹਿਲਾਂ ਹੀ ਮਾਲ ਮੱਤਾ ਸਮੇਟ ਲਓ। ਸੋ ਆਹ ਰਾਜਜੀਤ ਵਾਲਾ ਮਾਮਲਾ ਸਮਝਾ ਦਿਓ, ਫਿਰ ਈਡੀ ਵਾਲੇ ਤੇ ਚੱਲਦੇ ਆ ਇੰਦਰਪ੍ਰੀਤ ਜੀ ਕੋਲ ਤੇ ਫਿਰ ਦਿੰਨੇ ਆ ਬਰਾਮ। ਦੇਖੋ, ਜਿੱਥੇ ਤੱਕ ਰਾਜਜੀਤ ਦਾ ਮਾਮਲਾ, ਉਸ ਤੋਂ ਪਹਿਲੇ ਮੈਂ ਜਦ ਡਾਟਾ ਦੇ ਰਿਹਾ ਸੀ ਨਾ, ਮੈਨੂੰ ਯਾਦ ਆ ਗਈ ਤੁਸੀਂ ਅੰਮ੍ਰਿਤਸਰ ਬੈਠੇ ਹੋ। ਅੰਮ੍ਰਿਤਸਰ ਦਾ ਵੀ ਡਾਟਾ ਬੜਾ ਇੰਟਰਸਟਿੰਗ ਸੀਗਾ। ਪਿਛਲੇ ਸਾਲ ਯਾਨੀ ਮਾਰਚ 2022 ਤੋਂ ਲੈ ਕੇ ਇਸ ਮਾਰਚ ਤੱਕ 2023 ਤੱਕ 35 ਪੁਲਿਸ ਵਾਲੇ VRS ਅਪਲਾਈ ਕਰ ਚੁੱਕੇ ਆ ਅੰਮ੍ਰਿਤਸਰ, ਕੱਲੇ ਅੰਮ੍ਰਿਤਸਰ ਦੇ ਵਿੱਚ। ਔਰ ਜਿੱਥੇ ਤੱਕ ਰਾਜਜੀਤ ਦੀ ਗੱਲ ਹੈਗੀ ਆ, ਰਾਜਜੀਤ ਨੂੰ ਬੁੱਕ ਕੀਤੇ ਹੋਏ, ਉਹਨੂੰ ਡਿਸਮਿਸ ਕੀਤਾ 1 ਮਹੀਨਾ ਹੋ ਗਿਆ। ਔਰ 2017 ਦੇ ਉਸ ਕੇਸ ਦੇ ਵਿੱਚ ਵੀ ਰਾਜਜੀਤ ਨੂੰ ਨਾਮਜ਼ਦ ਕਰਤਾ ਸੀ, ਜਿਹਦੇ ਵਿੱਚ ਇੰਦਰਜੀਤ ਡਰੱਗ ਦੇ ਨਾਲ ਫੜ ਕੇ NDPS ਐਕਟ ਦੇ ਵਿੱਚ ਜਦ ਕੇਸ ਹੋਇਆ ਸੀ, ਉਹਦੇ ਵਿੱਚ ਹੁਣ ਬਤੌਰ ਆਰੋਪੀ ਹੁਣ ਰਾਜਜੀਤ ਦਾ ਵੀ ਨਾਂ ਹੈਗਾ। ਪਰ ਰਾਜਜੀਤ ਦਾ ਨਾਂ ਫੜਿਆ ਜਾਣਾ, LOC ਜਾਰੀ ਹੋਣਾ, ਫਿਰ ਬਾਰ-ਬਾਰ ਇਹ ਖਬਰਾਂ ਚੱਲਣੀ ਕਿ ਦਿੱਲੀ 'ਚ ਦੇਖਿਆ ਗਿਆ, ਦਿੱਲੀ ਦੇ ਵਿੱਚ ਜਦ ਉਹ ਨਿਕਲ ਰਿਹਾ ਸੀ ਕਿਸੇ ਜਗ੍ਹਾ ਤੋਂ, ਉਹਦੇ ਹੱਥ 'ਚ 2 ਬੈਗ ਸੀਗੇ। ਫਿਰ ਉਹ ਜੈਪੁਰ ਦੇ ਵਿੱਚ ਹੋ ਸਕਦਾ ਹੈ,
ਰਾਜਜੀਤ ਦਾ ਨਾਂ ਫੜਿਆ ਜਾਣਾ ਇਸ ਤਰਫ ਵੀ ਇੰਡੀਕੇਟ ਕਰਦਾ ਹੈ, ਜੇ ਫੜਿਆ ਗਿਆ ਤੇ ਬਹੁਤ ਸਾਰੇ ਨਾਂ ਉਹ ਲੈ ਸਕਦਾ ਹੈ, ਜਿਹਦੇ ਵਿੱਚ ਕਈਆਂ ਦਾ ਨਾਂ ਅੱਗੇ ਵੱਧ ਸਕਦਾ ਹੈ। ਇਹ ਵੀ ਇੱਕ ਵਜ੍ਹਾ ਕਥਿਤ ਤੌਰ ਤੇ ਦੱਸੀ ਜਾ ਰਹੀ ਹੈ ਕਿ ਰਾਜਜੀਤ ਨੂੰ ਫੜਨ ਦੇ ਵਿੱਚ ਨੁਕਸਾਨ ਜਾਂ ਫਾਇਦਾ। ਪੁਲਿਸ ਮਹਿਕਮੇ ਦੇ ਵਿੱਚ ਇੱਕ ਤਰੀਕੇ ਦਾ ਹੜਕੰਪ ਵੀ ਛਾਇਆ ਹੋਇਆ ਹੈ ਕਿ ਜੇ ਰਾਜਜੀਤ ਫੜਿਆ ਗਿਆ, ਉਹਨੇ ਕਈ ਨਾਂ ਦੇਤੇ ਜਾਂ ਨਾਂ ਲੈਤੇ, ਤੇ ਇਹ ਗੱਲ ਬੜੀ ਖਿੱਲਰ ਦੀ ਜਾਏਗੀ। ਇੰਦਰਪ੍ਰੀਤ ਜੀ, ਆਖਰ ਦੇ ਵਿੱਚ ਛੇੜੋ ਗੱਲ ਐਨਫੋਰਸਮੈਂਟ ਡਾਇਰੈਕਟੋਰੇਟ ਦੀ। ਬੜਿਆਂ ਦੇ ਸਾਹ ਸੁੱਕੇ ਰਹਿੰਦੇ ਨੇ ਕਿ ਈਡੀ ਦੀ ਰੇਡ ਹੋਗੀ ਜਾਂ ਹੋ ਸਕਦੀ ਹੈ, ਔਰ ਈਡੀ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਅਹਿਮ ਬੰਦੇ ਦਿੱਲੀ ਸਰਕਾਰ ਦੇ ਅੰਦਰ ਦਿੱਤੇ, ਬਾਹਰ ਨਿਕਲਣ ਦਾ ਕੋਈ ਰਾਹ ਰਸਤਾ ਨਹੀਂ ਛੱਡਿਆ। ਔਰ ਇਹ ਇੱਕ ਇਹੋ ਜੀ ਇੰਸਟੀਟਿਊਸ਼ਨ ਹੈ ਜਿਹਦੇ ਲਾਏ ਦੋਸ਼ਾਂ ਤੋਂ ਬਾਅਦ ਜ਼ਮਾਨਤ ਵੀ ਸੌਖਿਆ ਨਹੀਂ ਮਿਲਦੀ। ਸੋ ਈਡੀ ਨੂੰ ਜੇ ਸੁਪਰੀਮ ਕੋਰਟ ਦੇ ਵਿੱਚ ਸਖਤ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਜੇ ਤੇ ਸਾਨੂੰ ਇਹ ਕੇਸ ਸਮਝਾ ਦਿਓ। ਦੂਜੀ ਗੱਲ, ਕੱਲ ਸੁਪਰੀਮ ਕੋਰਟ ਦੇ ਵਿੱਚ ਹੀ ਦਿੱਲੀ ਸਰਕਾਰ ਤੇ ਐਲਜੀ ਦੀਆਂ ਸ਼ਕਤੀਆਂ ਦਾ ਮਾਮਲਾ ਫਿਰ ਗਿਆ ਸੀਗਾ। ਉਹਦੇ ਵਿੱਚ ਜਦੋਂ ਐਲਜੀ ਬਾਰੇ ਜਿਹੜੇ ਵਕੀਲ ਨੇ ਸਰਕਾਰ ਦੇ, ਉਹਨਾਂ ਨੂੰ ਇਹ ਪੁੱਛ ਲਿਆ ਜਾਂਦਾ ਵੀ ਐਲਜੀ ਸਾਹਿਬ ਦੀ ਤਾਕਤ ਕਿੱਥੋਂ ਆ ਰਹੀ, ਕਿਹੜਾ ਸੰਵਿਧਾਨ ਉਹਨਾਂ ਨੂੰ ਤਾਕਤ ਦਿੰਦਾ, ਜਾਂ ਕਿਹੜਾ ਇੰਸਟੀਟਿਊਸ਼ਨ, ਕੋਈ ਵਿਧਾਨ ਸਭਾ, ਕੋਈ ਕੇਂਦਰ ਦੀ ਗਵਰਨਮੈਂਟ, ਕਿੱਥੋਂ ਉਹ ਤਾਕਤਾਂ ਡਰਾ ਕਰ ਰਹੇ ਆ, ਤੇ ਇਹ ਵੀ ਕਾਫੀ ਮਾਮਲਾ ਪੈ ਗਿਆ। ਵੈਸੇ ਫਾਈਲਾਂ ਸੇਵਾਵਾਂ ਨਾਲ ਸੰਬੰਧਿਤ ਸੌਂਪ ਦਿੱਤੀਆਂ ਨੇ ਦਿੱਲੀ ਸਰਕਾਰ ਨੂੰ ਐਲਜੀ ਦਫ਼ਤਰ ਵੱਲੋਂ। ਕੰਮ ਲੀ ਤੇ ਦਿੱਲੀ ਸਰਕਾਰ ਦਾ ਆਈ ਜਾਂਦਾ। ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਦਾ ਕੰਮ ਕਾਫੀ ਉੱਥੇ ਹੀ ਵੱਧ ਜਾਣਾ। ਪੰਜਾਬ ਦੇ ਵਿੱਚ ਭਗਵੰਤ ਮਾਨ ਪੂਰੇ ਖੁਦ ਮੁਖਤਾਰ ਹੋ ਜਾਣਗੇ, ਇਹ ਉਮੀਦ ਜਤਾਈ ਜਾ ਰਹੀ ਆ। ਇਸ ਗੱਲ ਨੂੰ ਫਾਈਨਲ ਕਰ ਦਿਓ, ਫਿਰ ਖਤਮ ਕਰੀਏ। ਰੰਧਾਵਾ ਸਾਹਿਬ, ਜਿਹੜਾ ਈਡੀ ਵਾਲਾ ਮਾਮਲਾ ਹੈਗਾ ਉਹ ਮੈਨੂੰ ਪੋਲੀਟੀਕਲ ਜ਼ਿਆਦਾ ਲੱਗਦਾ ਹੈਗਾ। ਦੇਖੋ, ਜਿੱਥੇ ਜਿੱਥੇ ਵੀ ਰੇਡਸ ਹੋਈਆਂ ਨੇ, ਜਿਹੜੀ ਸਟੇਟਸ ਦੇ ਵਿੱਚ ਰੇਡਸ ਹੋ ਰਹੀਆਂ ਨੇ, ਉਹ ਸਾਰੀਆਂ ਨਾਨ ਬੀਜੇਪੀ ਸਟੇਟਸ ਨੇ, ਚਾਹੇ ਉਹ ਵੈਸਟ ਬੰਗਾਲ ਹੋਏ, ਚਾਹੇ ਉਹ ਹੁਣ ਛੱਤੀਸਗੜ੍ਹ ਦਾ, ਕਿਉਂਕਿ ਹੁਣ ਛੱਤੀਸਗੜ੍ਹ ਦੇ ਵਿੱਚ ਵੀ ਸ਼ਰਾਬ ਦੀ ਉਹਨੂੰ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਨੂੰ ਲੈ ਕੇ ਹੋ ਰਿਹਾ ਉਸੇ ਤਰ੍ਹਾਂ ਦਾ ਹੀ। ਆਉਣ ਵਾਲੇ ਟਾਈਮ 'ਚ ਉਹਨਾਂ ਦਾ ਇਲੈਕਸ਼ਨ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਬੀਜੇਪੀ ਉਹ ਸਾਰੇ ਆਮਦਨ ਦੇ ਸਰੋਤ ਜਿਹੜੇ ਪੋਲੀਟੀਕਲ ਪਾਰਟੀਆਂ, ਸੱਤਾਰੂੜ ਪੋਲੀਟੀਕਲ ਪਾਰਟੀਆਂ ਨੂੰ ਹੁੰਦੇ ਹੈ, ਉਹ ਸਾਰੇ ਦੇ ਸਾਰੇ ਬੰਦ ਕਰਨ ਦੇ ਉੱਤੇ ਲੱਗੀ ਹੋਈ ਹੈ, ਤਾਂ ਕਿ ਜਿਹੜਾ 2024 ਵਾਲਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਉਹ ਪਾਰਟੀਆਂ ਜਿਹੜੀਆਂ ਨੇ ਜ਼ਿਆਦਾ ਖਰਚ ਨਾ ਕਰ ਸਕਣ ਜਿੰਨਾ ਬੀਜੇਪੀ ਕਰ ਪਾਏਗੀ। ਕਿਉਂਕਿ ਕਿਸੇ ਵੀ ਤੁਸੀਂ ਦੇਖੋ, ਹਜੇ ਤੱਕ ਕਿਸੇ ਬੀਜੇਪੀ ਰੂਲਡ ਸਟੇਟ ਦੇ ਉੱਤੇ ਈਡੀ ਨੇ ਹਜੇ ਤੱਕ ਕੋਈ ਰੇਡ ਨਹੀਂ ਕੀਤੀ ਹੈਗੀ। ਸੋ ਇੱਕ ਇਹ ਹੈ, ਕੱਲ ਜਦੋਂ ਉਹਨਾਂ ਨੇ ਇਹ ਇਸ਼ੂ ਉਠਾਇਆ ਤਾਂ ਉਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਵੀ ਜਿਹੜਾ ਤਾਂ ਕਲਪ੍ਰਿਟ ਹੈ ਤੁਸੀਂ ਉਹਨੂੰ ਤਾਂ ਪਕੜੋ। 52 ਬੰਦਿਆਂ ਦੇ ਉੱਤੇ ਰੇਡ ਜਿਹੜੀਆਂ ਚੱਲ ਰਹੀਆਂ ਨੇ, ਇਹ ਠੀਕ ਨਹੀਂ ਹੈਗਾ। ਇਹਨੂੰ ਮਤਲਬ ਡਰ ਦਾ ਮਾਹੌਲ ਨਾ ਤੁਸੀਂ ਪੈਦਾ ਕਰੋ। ਇੱਕ ਤਾਂ ਇਹ ਇਸ਼ੂ ਆਇਆ ਸੀ। ਦੂਜਾ ਜਿਹੜਾ ਤੁਸੀਂ ਗੱਲ ਕੀਤੀ ਐਲਜੀ ਦੇ ਮਾਮਲੇ ਦੇ ਵਿੱਚ, ਸੁਪਰੀਮ ਕੋਰਟ ਨੇ ਕਿਹਾ ਵੀ ਇਹ ਕਿੱਥੋਂ ਉਹ ਲੈ ਰਹੇ ਨੇ। ਤੁਹਾਨੂੰ ਪਤਾ ਹਾਲ ਹੀ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ। ਦਿੱਲੀ ਨਗਰ ਨਿਗਮ ਦੀਆਂ 3 ਜਿਹੜੀਆਂ ਸੀਗੀਆਂ ਉਹ ਤੋੜ ਕੇ ਇੱਕੋ ਬਣਾਤੀ। ਉਸ ਤੋਂ ਬਾਅਦ ਉਸ ਤੇ ਕਿਉਂਕਿ ਬਰਾਬਰ ਦਾ ਹੀ ਟੱਕਰ ਹੋ ਗਈ ਸੀ, 2-4 ਸੀਟਾਂ ਹੀ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਕੋਲੇ ਜ਼ਿਆਦਾ ਸੀਗੀਆਂ, ਆਮ ਆਦਮੀ ਪਾਰਟੀ ਕੋਲੇ। ਸੋ ਉਸ ਦੇ ਉੱਤੇ ਕਬਜ਼ਾ ਕਰਨ ਵਾਸਤੇ ਇਹਨਾਂ ਨੇ ਇੱਕ ਨਵਾਂ ਉਹ ਕੱਢਿਆ ਕਿ 10 ਬੰਦੇ ਜਿਹੜੇ ਨੋਮੀਨੇਟਡ ਐਮਸੀ ਜਿਹੜੇ ਹੈਗੇ ਆ ਉਹ ਲਗਾਏ ਜਾਣ। ਉਹ ਡਾਇਰੈਕਟ ਹੀ ਆ ਗਿਆ ਉੱਥੋਂ ਐਲਜੀ ਦੇ ਆਫਿਸ ਚੋਂ ਔਰ ਲਗਾਤ ਗਏ। ਉਹਨਾਂ ਨੂੰ VOTING ਰਾਈਟ ਰਹੇ ਨਾ ਰਹੇ ਇਹਦੇ ਉੱਤੇ ਸਵਾਲ ਸੀ। ਫਿਰ ਇਸ ਕਰਕੇ ਕੇਸ ਕੋਰਟ ਦੇ ਵਿੱਚ ਗਿਆ, ਜਿੱਥੇ ਉਹਨਾਂ ਨੇ ਇਹ ਸਵਾਲ ਕੀਤਾ ਵੀ ਆਖਿਰ ਇਹ ਕਿਹੜੀ ਤਾਕਤ ਹੈ, ਜਿਹੜੀ ਕਿਹੜੇ ਸੰਵਿਧਾਨ ਦੇ ਅੰਦਰ ਇਹ ਤਾਕਤ ਮਿਲੀ ਹੋਈ ਹੈ ਐਲਜੀ ਨੂੰ ਕਿ ਉਹ ਸਿੱਧਾ ਮਤਲਬ ਇਹ ਐਮਸੀਡੀ ਦੇ ਵਿੱਚ ਆਪਣੇ ਬੰਦੇ ਨੋਮੀਨੇਟ ਕਰ ਸਕਦੇ ਆ, ਵਾਇਆ ਗਵਰਨਮੈਂਟ ਨਹੀਂ ਕਰ ਰਹੇ, ਚੁਣੀ ਹੋਈ ਗਵਰਨਮੈਂਟ ਦੇ ਉੱਤੇ ਥਰੂ ਨਹੀਂ ਕਰ ਰਹੇ, ਸਿੱਧਾ ਡਾਇਰੈਕਟਲੀ ਕਰ ਰਹੇ ਆ। ਇਹਦੇ ਬਾਰੇ ਦੱਸਿਆ ਜਾਏ ਤਾਂ ਉਹ ਹੁਣ ਅਗਲਾ ਜਵਾਬ ਮੰਗਿਆ ਹੈਗਾ, ਉਹਨਾਂ ਨੇ ਅਗਲੀ ਤਰੀਕ ਤੇ ਇਹਦਾ ਜਵਾਬ ਦੇਣਾ ਹੈ। ਸੋ ਮੈਨੂੰ ਲੱਗਦਾ ਵੀ ਇਹ ਵੀ ਉਸੇ ਤਰ੍ਹਾਂ ਦਾ ਹੀ ਸਵਾਲ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਈਡੀ ਵਾਲਾ ਕਿਹਾ। ਜਿਹੜੀ ਗਵਰਨਮੈਂਟ ਆਫ ਇੰਡੀਆ ਹੈਗੀ ਹੈ ਉਹ ਆਪਣੇ ਵੱਖ-ਵੱਖ ਜਿਹੜੇ ਟੂਲਸ ਨੇ ਉਹਨੂੰ ਕਿਸ ਤਰ੍ਹਾਂ ਵਰਤ ਕੇ ਓਪੋਨੈਂਟਸ ਨੂੰ ਮਤਲਬ ਓਪੋਨੈਂਟਸ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੈਗੀਆਂ ਨੇ। ਇਹ ਮੈਨੂੰ ਸਾਰੇ ਉਸੇ ਦਿਸ਼ਾ ਦੇ ਉੱਤੇ ਉਠਾਏ ਹੋਏ ਕਦਮ ਲੱਗ ਰਹੇ। ਭਾਸਕਰ ਸਾਹਿਬ ਜੀ ਬਿਲਕੁਲ, ਜਿਸ ਤਰੀਕੇ ਨਾਲ ਗੱਲ ਈਡੀ ਦੀ, ਕੱਲ ਜਿਹੜਾ ਈਡੀ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੀ ਮੁੱਦਾ ਸੀਗਾ ਜਿਹੜੀ ਐਕਸਾਈਜ਼ ਪਾਲਿਸੀ ਹੈ। ਬਿਲਕੁਲ ਠੀਕ ਇੰਦਰਪ੍ਰੀਤ ਉਹਨਾਂ ਨੇ ਕਿਹਾ, ਐਕਸਾਈਜ਼ ਪਾਲਿਸੀ ਦੇ ਵਿੱਚ ਕਥਿਤ ਤੌਰ ਤੇ 2000 ਕਰੋੜ ਰੁਪਏ ਦਾ ਘੁਟਾਲਾ ਹੋਇਆ। ਗੱਲ ਜੂਰਿਸਡਿਕਸ਼ਨ ਦੀ ਉਠੀ। ਕਪਿਲ ਸਿੱਬਲ ਉਹਨਾਂ ਨੇ ਕਿਹਾ ਕਿ ਉੱਥੇ 52 ਆਫੀਸਰਸ ਤੇ ਉਹਨਾਂ ਦੇ ਫੈਮਿਲੀ ਮੈਂਬਰਾਂ ਨੂੰ ਵੀ
ਧਮਕਾਇਆ ਜਾ ਰਿਹਾ ਹੈ ਕਿ ਵੀ ਤੁਸੀਂ ਸੀਐਮ ਦਾ ਨਾਂ ਲੈ ਦਿਓ, ਭੁਪੇਸ਼ ਬਘੇਲ ਹੈਗੇ ਨੇ ਉੱਥੇ ਦੇ ਸੀਐਮ ਦਾ ਨਾਂ ਲੈ ਦਿਓ ਤਾਂ ਹੀ ਬਚੋਗੇ, ਨਹੀਂ ਤੇ ਇਹ ਤੇ ਹੁਣ ਕਪਿਲ ਸਿੱਬਲ ਉਹਨਾਂ ਕੋਰਟ 'ਚ ਕਹਿ ਰਹੇ ਨੇ, ਜਿਹਦੇ ਉੱਤੇ ਸੰਜੇ ਕਿਸ਼ਨ ਕੌਲ ਚੀਫ ਜਸਟਿਸ ਦੀ ਜਿਹੜੇ ਜਸਟਿਸ ਹੈਗੇ ਉਹਨਾਂ ਦੀ ਬੈਂਚ ਦੇ ਵਿੱਚ ਇਹ ਫੈਸਲਾ ਦਿੱਤਾ ਵੀ ਡੋਂਟ ਕ੍ਰੀਏਟ ਪੈਨਿਕ। ਤੁਸੀਂ ਅਗਰ ਕੋਈ ਜੈਨੂਇਨ ਵੀ ਰੇਡ ਪਾਓਗੇ ਨਾ, ਬੋਨਾਫਾਈਡ ਵੀ ਰੇਡ ਪਾਓਗੇ ਤੇ ਬਾਅਦ ਚੋਂ ਉਸ ਰੇਡ ਦੇ ਉੱਤੇ ਵੀ ਸ਼ੱਕ ਕੀਤਾ ਜਾਏਗਾ, ਜਿਸ ਤਰੀਕੇ ਨਾਲ ਈਡੀ ਅੱਜ ਕੱਲ ਰਾਜਨੀਤਿਕ ਸਟੇਜਾਂ ਦੇ ਵਿੱਚ ਚਰਚਾ ਦੇ ਵਿੱਚ ਹੈ। ਹੁਣ ਉਹਨਾਂ ਨੇ ਕਿਹਾ ਕਿ ਇਨਕਮ ਟੈਕਸ ਦਾ ਇੱਕ 2022 ਦੇ ਵਿੱਚ ਦਿੱਲੀ ਦੇ ਵਿੱਚ ਕੇਸ ਹੋਇਆ ਸੀਗਾ, ਉਹਦੇ ਵਿੱਚ 2000 ਕਰੋੜ ਦੀ ਗੱਲ ਕੀਤੀ ਸੀ। ਅਸੀਂ ਇਹ ਸੁਣ ਲਈ, ਅਸੀਂ FIR ਦੀ ਕਾਪੀ ਲਈ ਤੇ ਫਿਰ ਹੁਣ ਸਾਡੀ ਜੁਰਿਸਡਿਕਸ਼ਨ ਤੇ ਬਣਦੀ ਹੈ। ਹੁਣ 52 ਆਫੀਸਰਸ ਨੂੰ ਘੇਰ ਕੇ ਇਹ ਗੱਲ ਕਹਿਣਾ, ਜੇ ਇਹ ਗੱਲ ਵਾਕਈ ਕੀਤੀ ਹੈ ਗੱਲ ਤੇ ਆਪਣੇ ਆਪ ਵਿੱਚ ਬੜੀ ਸੀਰੀਅਸ ਹੈ। ਔਰ ਜਿੱਥੇ ਤੱਕ ਈਡੀ ਦੀ ਗੱਲ ਕੀਤੀ ਜਾਏ, 11 ਪਾਰਟੀਜ਼ ਨੇ ਜਾਂ ਕਾਫੀ ਸਾਰੀ ਪੋਲੀਟੀਕਲ ਪਾਰਟੀਜ਼ ਨੇ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੂੰ ਇੱਕ ਵਾਰ ਅਪਰੋਚ ਕੀਤਾ ਸੀਗਾ ਕਿ ਜੀ ਦੇਖੋ ਇਹ ਸਾਰੇ ਪੋਲੀਟੀਕਲ ਪਾਰਟੀ ਯਾਨੀ ਆਪੋਜੀਸ਼ਨ ਪਾਰਟੀ ਹੀ ਈਡੀ ਦੇ ਨਿਸ਼ਾਨੇ ਤੇ ਕਿਉਂ ਹੁੰਦੀ ਹੈ। ਉਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਤੋਂ ਬਹੁਤੀ ਰਾਹਤ ਤੇ ਨਹੀਂ ਮਿਲੀ ਸੀ, ਪਰ ਸੁਪਰੀਮ ਕੋਰਟ ਉਸ ਤੋਂ ਕੁਝ ਦਿਨ ਪਹਿਲੇ ਈਡੀ ਆਪਣਾ ਇੱਕ ਆંકੜਾ ਦਿੱਤਾ ਸੀਗਾ, ਕਹਿੰਦੇ ਜੀ ਸਾਡਾ ਜਿਹੜੇ ਕੇਸ ਹੈਗੇ ਨੇ ਸਿਰਫ ਥੋੜੇ ਜਿਹੇ ਪਰਸੈਂਟੇਜ ਹੈਗੇ ਨੇ ਜਿਹੜੇ ਪੋਲੀਟੀਕਲ ਪਾਰਟੀ ਜਾਂ ਆਪੋਜੀਸ਼ਨ ਦੇ ਖਿਲਾਫ ਹੁੰਦੇ ਨੇ, ਅਦਰਵਾਈਜ਼ ਸਾਡੀ ਰੇਟ ਆਫ ਕਨਵਿਕਸ਼ਨ ਰੇਟ ਜਿਹਨੂੰ 2% ਜਾਂ 1% ਪਹਿਲੇ ਕਿਹਾ ਜਾਂਦਾ ਸੀ, ਉਹਨਾਂ ਦਾ ਕਲੇਮ ਸੀਗਾ 96% ਤੋਂ ਵੱਧ ਸਾਡਾ ਕਨਵਿਕਸ਼ਨ ਰੇਟ ਹੈ। ਜਿਹੜੇ ਕੇਸ ਅਸੀਂ ਰਜਿਸਟਰਡ ਕਰਦੇ ਆ ਉਹਦੇ ਵਿੱਚ 96% ਕੇਸਿਸ ਦੇ ਵਿੱਚ ਕਨਵਿਕਸ਼ਨ ਹੁੰਦਾ ਹੈ। ਹੁਣ ਇਹ ਈਡੀ ਦਾ ਤੇ ਆਪੋਜੀਸ਼ਨ ਪਾਰਟੀ ਦਾ ਰੋਲਾ ਜ਼ਰੂਰ ਹੈਗਾ ਹੀ ਹੈ, ਖਾਸ ਕਰਕੇ ਤਦ ਜਦ ਝਾਰਖੰਡ ਦੇ ਵਿੱਚ ਗੱਡੀ ਭਰ ਕੇ ਪੈਸਿਆਂ ਦਾ ਮਿਲਣਾ, ਉੱਥੇ ਈਡੀ ਦਾ ਨਾ ਜਾਣਾ, ਔਰ ਕਰਨਾਟਕਾ ਦੇ ਵਿੱਚ ਇੱਕ MLA ਦੇ ਪੁੱਤਰ ਦਾ ਲੱਖਾਂ ਦੀ ਰਿਸ਼ਵਤ ਦੇ ਨਾਲ ਰੰਗੇ ਹੱਥੋਂ ਫੜਿਆ ਜਾਣਾ, ਉੱਥੇ ਈਡੀ ਦਾ ਨਾ ਜਾਣਾ, ਔਰ ਈਡੀ ਦਾ ਉਸ ਤਮਾਮ ਜਗ੍ਹਾ ਤੇ ਜਾਣਾ ਜਿੱਥੇ ਆਪੋਜੀਸ਼ਨ ਵਾਲੇ ਬੈਠੇ ਨੇ, ਤੇ ਸਵਾਲ ਤੇ ਫਿਰ ਰਾਜਨੀਤਿਕ ਜਾਂ ਪੋਲੀਟੀਕਲ ਹੋ ਹੀ ਜਾਂਦਾ। ਹਾਂ, ਇਹ ਰਾਜਨੀਤੀ ਤਾਂ ਜੇ ਰਾਜਨੀਤੀ ਨਹੀਂ ਹੋਊਗੀ ਤਾਂ ਫਿਰ ਖਬਰ ਕਿੱਥੋਂ ਆਊਗੀ। ਸਾਨੂੰ ਵੀ ਜਦੋਂ ਅਸੀਂ ਕੋਈ ਈਡੀ ਪੋਲੀਟੀਕਲ ਬੰਦੇ ਦੇ ਪਿੱਛੇ ਪੈਂਦੀ ਜਾਂ ਕੋਈ ਘਪਲਾ ਘੁਟਾਲਾ ਇਸ ਤਰ੍ਹਾਂ ਦਾ ਆਉਂਦਾ ਜਿੱਥੇ ਸਰਕਾਰਾਂ ਇਨਵੋਲਵ ਹੋਣ, ਉਹਦੇ ਵਿੱਚ ਹੀ ਸਾਨੂੰ ਫਰੰਟ ਪੇਜ ਦੀਆਂ ਖਬਰਾਂ ਮਿਲਦੀਆਂ ਨੇ। ਅਦਰਵਾਈਜ਼ ਤਾਂ ਕਿਸੇ ਬਿਜ਼ਨਸਮੈਨ ਨਾਲ ਜੁੜੇ ਜਾਂ ਕੋਈ ਹੋਰ ਘੁਟਾਲੇ ਦੇ ਵਿੱਚ ਤਾਂ ਇਹ ਖਬਰ ਹੀ ਨਹੀਂ ਬਣਦੀ। ਕਿਸੇ ਦੀ ਦਿਲਚਸਪੀ ਕਿਸੇ ਆਮ ਬੰਦੇ ਚ ਕਿਉਂ ਹੋਵੇ, ਜਾਂ ਕੋਈ ਸੈਲੀਬ੍ਰਿਟੀ ਹੋਵੇ ਫਿਲਮ ਦੀ। ਹੁਣ ਤਾਂ ਵੈਸੇ ਸਿਨੇਮੇ ਦਾ ਦੌਰ ਵੀ ਮੁੱਕ ਰਿਹਾ, ਹੁਣ ਤੇ ਫੋਨ ਦਾ ਦੌਰ ਹੈ, ਹੁਣ ਇਹ OTT ਪਲੇਟਫਾਰਮ ਦਾ ਦੌਰ ਹੈ। ਖੈਰ ਹੌਲੀ ਹੌਲੀ ਮੁੱਕ ਜਾਣਾ ਆਪਾਂ ਵੀ ਸਾਰਿਆਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।